ਜਦ ਤੱਕ ਦਾ ਪ੍ਰਾਚੀਨ ਇਤਿਹਾਸ ਸਾਨੂੰ ਮਿਲਦਾ ਹੈ, ਕਿਸੇ ਨਾ ਕਿਸੇ ਰੂਪ ਵਿੱਚ ਆਪਣੀ ਆਪਣੀ ਭਾਸ਼ਾ ਅੰਦਰ ਸੁਰਤੀਵਾਨ ਲੋਕ ਸਿਰਜਣਹਾਰ ਦੇ ਗੁਣ ਗਾਉਂਦੇ ਰਹੇ ਨੇ, ਗੁਣਾਂ ਦਾ ਵਖਿਆਨ ਕਰਦੇ ਰਹੇ ਨੇ, ਗੁਣ ਬਿਆਨ ਕਰਦੇ ਰਹੇ ਨੇ। ਇਹਨਾਂ ਬਿਆਨ ਕਰਨ ਵਾਲੇ ਲੋਕਾਂ ਵਿੱਚ ਉਚੇਚੇ ਤੌਰ 'ਤੇ ਦੋ ਤਰ੍ਹਾਂ ਦੇ ਪ੍ਰਾਣੀ ਸਨ। ਦੋਵੇਂ ਇਨਸਾਨੀ ਦੁਨੀਆ ਵਿੱਚੋਂ, ਲੇਕਿਨ ਇੱਕ ਵਿਦਵਾਨ ਸੀ ਜਿਸ ਦੇ ਪਾਸ ਕਿਤਾਬੀ ਗਿਆਨ ਸੀ, ਤੇ ਕੇਵਲ ਕਿਤਾਬੀ ਗਿਆਨ ਹੀ ਸੀ। ਦੂਜਾ ਵਰਗ ਸੁਰਤੀਵਾਨਾਂ ਦਾ ਵਰਗ ਸੀ, ਜਿਨ੍ਹਾਂ ਨੇ ਦੁਨੀਆ ਭਰ ਦੀਆਂ ਪੁਸਤਕਾਂ ਤੇ ਬੇਸ਼ੱਕ ਨਾ ਪੜ੍ਹੀਆਂ ਹੋਣ, ਪਰ ਆਪਣੀ ਅੰਦਰਲੀ ਪੁਸਤਕ ਜ਼ਰੂਰ ਪੜ੍ਹ ਲਈ। ਗਾਉਂਦੇ ਦੋਵੇਂ ਰਹੇ। ਇੱਕ ਨੇ ਗਾ ਕੇ ਐਸਾ ਮਹਿਸੂਸ ਕੀਤਾ ਕਿ ਮੈਂ ਜੋ ਆਖ ਦਿੱਤਾ ਹੈ, ਜੋ ਬਿਆਨ ਕਰ ਦਿੱਤਾ ਹੈ, ਇਸ ਦਾ ਕੋਈ ਮੁਕਾਬਲਾ ਨਹੀਂ, ਇਹ ਬੇਜੋੜ ਹੈ। ਉਹ ਲੋਕ ਰੱਬ ਦੇ ਗੁਣ ਆਖਣ ਵਾਲਿਆਂ ਨਾਲ ਹੀ ਇੱਕ ਦੂਜੇ ਨਾਲ ਬਹਿਸ ਕਰਦੇ ਰਹੇ, ਇੱਕ ਦੂਜੇ ਨੂੰ ਜਿੱਤਣ ਦਾ ਯਤਨ ਕਰਦੇ ਰਹੇ। ਤੇ ਫਰਕ ਕੇਵਲ ਇੰਨਾ ਸੀ ਕਿ ਇੱਕ ਉਹ ਲੋਕ ਸਨ ਜੋ ਸ਼ਸਤਰ ਹੱਥ ਵਿੱਚ ਲੈ ਕੇ ਰਣ ਤੱਤੇ ਵਿੱਚ ਇੱਕ ਦੂਜੇ ਦੀਆਂ ਗਰਦਨਾਂ ਕੱਟਦੇ ਤੇ ਦੂਜੇ ਨੂੰ ਹਰਾ ਕੇ ਆਪਣਾ ਰਾਜ ਸਥਾਪਿਤ ਕਰਨਾ ਚਾਹੁੰਦੇ। ਇੱਕ ਉਹ ਸਨ ਜਿਨ੍ਹਾਂ ਸ਼ਸਤਰ ਤਾਂ ਨਹੀਂ ਚੁੱਕੇ, ਪਰ ਸ਼ਾਸਤਰ ਚੁੱਕ ਲਏ। ਸ਼ਾਸਤਰ ਦਾ ਮਤਲਬ ਹੈ ਧਰਮ ਗ੍ਰੰਥ। ਮਕਸਦ ਉਹਨਾਂ ਨੇ ਵੀ ਉਹੀ ਬਣਾ ਲਿਆ ਕਿ ਦੂਜੇ ਨੂੰ ਹਰਾਉਣਾ। ਮੈਂ ਗਰਦਨ ਕੱਟ ਤਾਂ ਨਾ ਸਕਾਂਗਾ, ਪਰ ਚੁਕਵਾ ਜ਼ਰੂਰ ਦੇਣੀ ਹੈ। ਮੇਰਾ ਬੋਲਬਾਲਾ ਹੋਣਾ ਚਾਹੀਦਾ ਹੈ। ਪਰ ਸੁਰਤੀਵਾਨ ਲੋਕਾਂ ਨੇ ਵੀ ਮਾਲਕ ਦੇ ਗੁਣ ਗਾਏ, ਬਿਆਨ ਕੀਤੇ। ਉਹਨਾਂ ਦਾ ਮਕਸਦ ਬਿਲਕੁਲ ਅਲੱਗ ਸੀ। ਸਭ ਤੋਂ ਪਹਿਲੀ ਗੱਲ ਕਿ ਜੋ ਗੁਣ ਉਹਨਾਂ ਗਾਇਨ ਕੀਤੇ, ਉਹ ਕੋਈ ਸੁਣੀ ਸੁਣਾਈ ਕਹਾਣੀ ਨਹੀਂ ਸੀ। ਉਹ ਉਹਨਾਂ ਦਾ ਨਿੱਜੀ ਅਨੁਭਵ ਸੀ, ਜੋ ਮਹਿਸੂਸ ਕੀਤਾ ਹੈ ਉਹ ਰਸਨਾ 'ਤੇ ਆ ਗਿਆ ਹੈ, ਬਿਆਨਿਆ ਹੈ, ਕਿਸੇ ਵਜਦ ਵਿੱਚ ਉਸ ਨੂੰ ਗਾਇਆ ਹੈ। ਔਰ ਮਹਿਸੂਸ ਕਰਨ ਵਾਲੇ ਨੂੰ, ਅਨੁਭਵ ਕਰਨ ਵਾਲੇ ਨੂੰ ਇਹ ਵੀ ਪਤਾ ਹੈ ਕਿ ਜੋ ਕੁਝ ਮੈਂ ਜਾਣਿਆ ਹੈ, ਇਹ ਕੋਈ ਪਰਮਾਤਮਾ ਦੇ ਗੁਣਾਂ ਦੀ ਹੱਦ ਨਹੀਂ। ਹਾਂ, ਇਸ ਗੱਲ ਦੀ ਖਬਰ ਜ਼ਰੂਰ ਹੈ ਕਿ ਇਹ ਮੇਰੀ ਜਾਣਕਾਰੀ ਦੀ ਹੱਦ ਹੈ, ਕਿਉਂਕਿ ਸਾਰੀਆਂ ਦੀਆਂ ਸਾਰੀਆਂ ਜਾਣਕਾਰੀਆਂ ਬੇਸ਼ੱਕ ਸੁਰਤ ਰਾਹੀਂ ਪ੍ਰਾਪਤ ਕੀਤੀਆਂ ਨੇ, ਪਰ ਸੁਰਤ ਦਾ ਅਨੁਭਵ ਵੀ ਇੰਦਰੀਆਂ ਰਾਹੀਂ ਹੋਇਆ ਹੈ। ਮੇਰੇ ਇੰਦਰੀਆਂ ਦੀ ਕਿੰਨੀ ਅਪਰੋਚ ਹੋ ਸਕਦੀ ਹੈ? ਇਹਨਾਂ ਦੀ ਸ਼ਕਤੀ ਬੜੀ ਸੀਮਿਤ ਹੈ। ਇਸ ਲਈ ਮੇਰਾ ਅਨੁਭਵ, ਮੇਰਾ ਗਿਆਨ, ਮੇਰੀ ਜਾਣਕਾਰੀ ਇਹ ਵੀ ਕੋਈ ਬਹੁਤ ਵੱਡੀ ਨਹੀਂ ਹੋ ਸਕਦੀ।
ਹਾਲਾਂਕਿ ਪੁਸਤਕਾਂ ਪੜ੍ਹ ਕੇ ਜਾਣਕਾਰੀ ਪ੍ਰਾਪਤ ਕਰਨ ਵਾਲੇ ਨਾਲੋਂ ਇਹ ਕਿਤੇ ਮਹਾਨ ਅਨੁਭਵ ਸੀ, ਲੇਕਿਨ ਭਗਤਾਂ ਨੇ ਕਦੀ ਵੀ ਇਹ ਦਾਅਵਾ ਨਾ ਕੀਤਾ ਕਿ ਜੋ ਕੁਝ ਮੈਂ ਬਿਆਨਿਆ ਹੈ, ਜੋ ਮੈਂ ਜਾਣਿਆ ਹੈ, ਇੱਥੇ ਹੱਦ ਆ ਗਈ। ਬਿਲਕੁਲ ਨਹੀਂ। ਬਾਣੀ ਅੰਦਰ ਬਚਨ ਆਏ ਨੇ, ਹਉ ਕਿਆ ਆਖਾਂ ਇੱਕ ਜੀਵ, ਤੇਰਾ ਅੰਤ ਨ ਕਿਨਹੀ ਪਾਇਆ। ਸੋਦਰ ਦੀ ਪੌੜੀ ਵਿੱਚ ਇੱਕ ਸਬਜੈਕਟ ਚੁਣਿਆ, ਤੈਨੂੰ ਕੌਣ ਕੌਣ ਗਾ ਰਿਹਾ ਹੈ, ਤੇ ਗੱਲ ਕੇਵਲ ਇਨਸਾਨਾਂ ਤੇ ਨਹੀਂ ਰੁਕੀ, ਕਿਉਂਕਿ ਸੁਰਤ ਤੇ ਸਿਰਜਣਹਾਰ ਦੇ ਦਰਬਾਰ ਦਾ ਅਨੁਭਵ ਇੱਕ ਹੋ ਗਏ ਨੇ। ਉੱਥੇ ਦੇਵੀ ਦੇਵ, ਪੌਣ ਪਾਣੀ, ਸੂਰਜ ਚੰਦਰਮਾ, ਤਾਰੇ ਸਿਆਰੇ ਸਭ ਗਾਉਂਦੇ ਦਿਸੇ। ਲੇਕਿਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਦਾਅਵਾ ਬਿਲਕੁਲ ਨਹੀਂ ਕੀਤਾ ਕਿ ਜੋ ਮੈਂ ਬਿਆਨ ਕਰ ਦਿੱਤੇ ਨੇ ਇੱਥੋਂ ਤੱਕ ਹੱਦ ਹੈ, ਮੈਂ ਸਭ ਜਾਣ ਲਿਆ ਹੈ। ਬਲਕਿ ਹਜ਼ੂਰ ਨੇ ਕਿਹਾ, ਹੋਰ ਕੇਤੇ ਤੁਧਨੋਂ ਗਾਵਨ, ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਹੋਰ ਕਿੰਨੇ ਤੈਨੂੰ ਗਾ ਰਹੇ ਨੇ, ਮੇਰੀ ਯਾਦ ਵਿੱਚ ਨਹੀਂ ਆਉਂਦੇ, ਮੇਰੇ ਚੇਤੇ ਵਿੱਚ ਨਹੀਂ ਆਉਂਦੇ, ਮੈਂ ਕੀ ਵਿਚਾਰ ਕਰਾਂ। ਹਰ ਜਾਣਨ ਵਾਲੇ ਭਗਤ ਨੇ ਬਿਲਕੁਲ ऐसा ही फरमाया है। तो एक है केवल विद्वता तक सीमित, जिसने किताबी ज्ञान प्राप्त किया है। एक वो ने जिन्हां ने सचमुच अनुभव किया है, रस माणे, आनंद विच मगन हो गए ने, ਲੇਕਿਨ ਇਸ ਗੱਲ ਦਾ ਅਹਿਸਾਸ ਹੈ, ਪਤਾ ਹੈ, ਮੇਰੀ ਜਾਣਕਾਰੀ ਸਾਰੀ ਸੁਰਤ ਨੇ ਇੰਦਰੀਆਂ ਰਾਹੀਂ ਪ੍ਰਾਪਤ ਕੀਤੀ ਹੈ, ਔਰ ਇੰਦਰੀਆਂ ਦੀ ਸ਼ਕਤੀ ਬੜੀ ਸੀਮਿਤ ਹੈ। ਸੁਰਤ ਜਿਸ ਵੇਲੇ ਜਿੰਨੀ ਟਿਕਾਓ ਵਿੱਚ ਆ ਜਾਏਗੀ, ਇੰਦਰੀਆਂ ਦਾ ਦਾਇਰਾ ਓਨਾ ਵਿਸ਼ਾਲ ਹੁੰਦਾ ਜਾਏਗਾ। ਸਾਨੂੰ ਲੱਖ ਆਖੀਏ ਕਿ ਅਸੀਂ ਇੰਦਰੀਆਂ ਦਾ ਪ੍ਰਯੋਗ ਕਰਦੇ ਹਾਂ, ਪਰ ਸਾਨੂੰ ਪ੍ਰਯੋਗ ਕਰਨ ਦਾ ਗਿਆਨ ਬਹੁਤ ਬਹੁਤ ਘੱਟ ਹੈ। ਇਸ ਅੱਖ ਦੀ ਕੇਵਲ ਇੰਨੀ ਹੀ ਸਮਰੱਥਾ ਨਹੀਂ ਜਿੰਨਾ ਅਸੀਂ ਦੇਖਦੇ ਹਾਂ। ਇਸ ਤੋਂ ਬਹੁਤ ਪਰੇ ਹੈ। ਲੇਕਿਨ ਕਦੀ ਖਿਆਲ ਕੀਤਾ ਹੈ, ਬਾਜ਼ਾਰ ਵਿੱਚੋਂ ਲੰਘਦੇ ਹੋ, ਵੱਡੀਆਂ ਵੱਡੀਆਂ ਦੁਕਾਨਾਂ ਨੇ, ਤੁਹਾਨੂੰ ਕੋਈ ਪੁੱਛਦਾ ਹੈ ਬਾਅਦ ਵਿੱਚ ਉਹਨਾਂ ਦੁਕਾਨਾਂ ਦੀ ਜਾਣਕਾਰੀ, ਪਰ ਕਿਉਂਕਿ ਸਾਨੂੰ ਕੋਈ ਜ਼ਰੂਰਤ ਨਹੀਂ ਸੀ, ਜਿਸ ਦੁਕਾਨ ਬਾਰੇ ਕੋਈ ਮਤਲਬ ਨਹੀਂ ਸੀ, ਉਸ ਦੀ ਯਾਦ ਵੀ ਨਹੀਂ ਰਹਿੰਦੀ। ਸਾਰੀਆਂ ਦਾ ਗਿਆਨ ਥੋੜ੍ਹੀ। ਹਾਲਾਂਕਿ ਅੱਖਾਂ ਨੇ ਦੇਖੀਆਂ ਸਨ, ਕਿਧਰੇ ਨਾ ਕਿਧਰੇ ਉਹ ਦੇਖਿਆ ਹੋਇਆ ਦ੍ਰਿਸ਼ ਸਾਡੇ ਅਚੇਤਨ ਮਨ ਤੇ ਉਕਰਿਆ ਵੀ ਗਿਆ ਹੈ, ਲੇਕਿਨ ਉਹ ਇੰਨਾ ਗਹਿਰੇ ਸਟੋਰ ਵਿੱਚ ਹੈ ਕਿ ਸਾਨੂੰ ਆਮ ਜ਼ਰੂਰਤ ਨਹੀਂ। ਨਾ ਸਾਡੀ ਸੁਰਤ ਉਸ ਪਾਸੇ ਸੀ। ਬਹੁਤ ਕੁਝ ਹੈ ਇਸ ਵਾਯੂ ਮੰਡਲ ਵਿੱਚ ਜੋ ਸਾਡੇ ਕੰਨ ਸੁਣਦੇ ਨਹੀਂ। ਇਹਨਾਂ ਦੇ ਸੁਣਨ ਦੀ ਵੀ ਆਖਰ ਕੋਈ ਸੀਮਾ ਹੈ। ਭਗਤ ਉਹ ਕੁਝ ਸੁਣ ਲੈਂਦਾ ਹੈ ਜੋ ਸਾਨੂੰ ਸੁਣਾਈ ਨਹੀਂ ਦਿੰਦਾ। ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਭਗਤ ਨੂੰ ਫਿਊਚਰ ਦਾ ਵੀ ਪਤਾ ਲੱਗ ਜਾਂਦਾ ਹੈ।
ਆਉਣ ਵਾਲੇ ਸਮੇਂ ਵਿੱਚ ਕੀ ਹੋਣਾ, ਉਸ ਦੇ ਪਿੱਛੇ ਕਾਰਨ ਹੈ। ਜੋ ਕੱਲ੍ਹ ਹੋਣਾ ਉਸ ਦੀ ਕੋਈ ਨਾ ਕੋਈ ਬੁਨਿਆਦ ਧਰੀ ਗਈ ਹੈ। ਕੁਦਰਤ ਨੇ ਉਸ ਸਿਸਟਮ ਵਿੱਚ ਉਸ ਨੂੰ ਫਿੱਟ ਕੀਤਾ ਹੋਇਆ ਹੈ। ਜੇ ਤੁਸੀਂ ਕਿਰਲੀਆਨ ਫੋਟੋਗ੍ਰਾਫੀ ਬਾਰੇ ਕੁਝ ਪੜ੍ਹਿਆ ਸੁਣਿਆ ਹੋਵੇ ਤਾਂ ਪਤਾ ਹੋਵੇਗਾ। ਕਿਰਲੀਆਨ ਇੱਕ ਫੋਟੋਗ੍ਰਾਫਰ ਸੀ। ਕੇਵਲ ਫੋਟੋਗ੍ਰਾਫਰ ਹੀ ਨਹੀਂ, ਉਸ ਨੂੰ ਕੈਮਰੇ ਦੀ ਅੰਦਰੂਨੀ ਜਾਣਕਾਰੀ ਬਾਰੇ ਵੀ ਬੜਾ ਸ਼ੌਕ ਸੀ। ਸੈਂਸਿਟਿਵ ਤੋਂ ਸੈਂਸਿਟਿਵ ਸ਼ੀਸ਼ੇ ਉਸਨੇ ਲੈਂਸ ਉਸਨੇ ਫਿੱਟ ਕਰਕੇ ਫੋਟੋ ਲੈਣ ਦੀ ਕੋਸ਼ਿਸ਼ ਕੀਤੀ ਔਰ ਉਹ ਹੈਰਾਨ ਹੋਇਆ। ਇੱਕ ਵਿਅਕਤੀ ਦੇ ਹੱਥ ਦੇ ਫੋਟੋਗ੍ਰਾਫ ਉੱਪਰ ਕੁਝ ਬਿਮਾਰੀ ਦੇ ਚਿੰਨ੍ਹ ਨੇ, ਲੇਕਿਨ ਜਦੋਂ ਉਸ ਦੇ ਹੱਥ ਨੂੰ ਦੇਖਦਾ ਹੈ ਉਹ ਹੱਥ ਬਿਲਕੁਲ ਠੀਕ ਹੈ। ਠੀਕ ਉਹੀ ਬਿਮਾਰੀ ਆਖਰ 6 ਮਹੀਨੇ ਬਾਅਦ ਲੱਗੀ, ਹੱਥ ਦੀ ਰੂਪ ਰੇਖਾ ਉਹੀ ਬਣ ਗਈ। ਕਿਸੇ ਨਾ ਕਿਸੇ ਰੂਪ ਵਿੱਚ ਉਹ ਉਸ ਆਭਾ ਮੰਡਲ ਵਿੱਚ ਪ੍ਰਵੇਸ਼ ਕਰ ਚੁੱਕੀ ਸੀ। ਭਗਤ ਦੇ ਲੈਂਸ ਤਾਂ ਬੜੇ ਸੈਂਸਿਟਿਵ ਨੇ। ਉਹ ਤਾਂ ਕੁਦਰਤ ਵਿੱਚੋਂ ਕਾਦਰ ਨੂੰ ਵੀ ਤੱਕਦਾ ਹੈ। ਨਾ ਉਸ ਪਾਸੋਂ ਬੀਤਿਆ ਛੁਪਿਆ ਹੋਇਆ ਹੈ, ਨਾ ਆਉਣ ਵਾਲਾ ਸਮਾਂ, ਨਾ ਉਸ ਵਾਸਤੇ ਕੋਈ ਦੂਰੀ ਹੀ ਹੈ। ਇਹ ਸੁਰਤ ਨੂੰ ਕਦੀ ਵਰਤ ਕੇ ਦੇਖਣ ਦੀ ਜਾਚ ਮਨੁੱਖ ਸਿੱਖੇ। ਅਸੀਂ ਜ਼ਿੰਦਗੀ ਨੂੰ ਇਤਨਾ ਬੇਕਾਰ ਗੁਆ ਰਹੇ ਹਾਂ ਜਿਸ ਦਾ ਕੋਈ ਵੀ ਹਿਸਾਬ ਨਹੀਂ। ਆਲਤੂ ਫਾਲਤੂ ਗੱਲਾਂ ਬਾਤਾਂ ਵਿੱਚ, ਆਲਤੂ ਫਾਲਤੂ ਸੀਰੀਅਲ ਦੇਖਣ ਵਿੱਚ, ਆਲਤੂ ਫਾਲਤੂ ਗੀਤ ਆਦਿਕ ਸੁਣਨ ਵਿੱਚ ਆਦਮੀ ਆਪਣੀ ਸੁਰਤ ਨਾਲ ਸੰਬੰਧ ਜੋੜਦਾ ਹੀ ਨਹੀਂ। ਇੱਕ ਕਮਰੇ ਵਿੱਚ ਤੁਸੀਂ ਬੈਠੇ ਹੋ, ਗੱਲਾਂ ਬਾਤਾਂ ਕਰ ਰਹੇ ਹੋ, ਕਲੌਕ ਚੱਲ ਰਿਹਾ ਹੈ, ਉਸ ਦੀ ਟਿਕ ਟਿਕ ਦੀ ਆਵਾਜ਼ ਸੁਣਾਈ ਨਹੀਂ ਦੇ ਰਹੀ। ਹੁਣ ਸੁਰਤ ਟਿਕਾ ਕੇ ਬੈਠ ਜਾਓ, ਕੰਨਾਂ ਵੱਲ ਧਿਆਨ ਦਿਓ, ਉਹੀ ਆਵਾਜ਼ ਸੁਣਾਈ ਦੇਵੇਗੀ। ਉਹ ਪਹਿਲੇ ਵੀ ਇੱਥੇ ਹੀ ਸੀ ਔਰ ਇਹ ਤਾਂ ਇੱਕ ਛੋਟਾ ਜਿਹਾ ਪ੍ਰਯੋਗ ਹੈ। ਇਸ ਤੋਂ ਹੋਰ ਸੂਖਮ ਆਵਾਜ਼ਾਂ ਹਨ। ਹਵਾ ਦੀ ਸਰਸਰਾਹਟ ਹੈ। ਬਿਨਾਂ ਬੋਲਣ ਤੋਂ ਕੋਈ ਵਿਅਕਤੀ ਮਨ ਦੇ ਵਲਵਲੇ ਕਹਿ ਰਿਹਾ ਹੈ। ਉਸ ਦੇ ਅੰਦਰੋਂ ਤਾਂ ਨਿਕਲ ਹੀ ਰਹੇ ਹਨ ਮਨ ਵਿੱਚੋਂ। ਭਗਤ ਉਹ ਵੀ ਪੜ੍ਹ ਲੈਂਦਾ ਹੈ, ਸੁਣ ਲੈਂਦਾ ਹੈ। ਪਰਮਾਤਮਾ ਦੇ ਸੰਬੰਧ ਵਿੱਚ ਬੜਾ ਬਹੁਤ ਹੀ ਮਨ ਮੋਹ ਲੈਣ ਵਾਲਾ ਬਚਨ ਹਜ਼ੂਰ ਨੇ ਲਿਖਿਆ ਹੈ। ਵਿਣ ਬੋਲਿਆ ਸਭ ਕਿਛ ਜਾਣਦਾ, ਕਿਸ ਆਗੈ ਕੀਚੈ ਅਰਦਾਸ। ਬਿਨਾਂ ਬੋਲਣ ਤੋਂ ਨਿਰੰਕਾਰ ਨੂੰ ਸਭ ਪਤਾ ਹੈ। ਭਗਤ ਨੂੰ ਵੀ ਬਹੁਤ ਕੁਝ ਪਤਾ ਹੈ। ਕਬੀਰ ਜੀ ਨੇ ਅੱਜ ਦੇ ਇਹ ਬਚਨ ਕੁਝ ਐਸੇ ਹੀ ਅਨੁਭਵ ਨੂੰ ਮਾਣ ਕੇ ਜਾਣ ਕੇ ਲਿਖੇ ਹਨ। ਉਹ ਕਹਿੰਦੇ ਨੇ, ਜੋ ਕੁਝ ਮੈਂ ਮਹਿਸੂਸ ਕੀਤਾ ਹੈ। ਇੱਕ ਵਿਅਕਤੀ ਆਖਦਾ ਹੈ, ਮੈਨੂੰ ਤਾਂ ਰੱਬ ਕਿਧਰੇ ਦਿਖਾਈ ਦਿੰਦਾ ਨਹੀਂ, ਪਦਾਰਥ ਦਿਸਦਾ ਹੈ। ਪਰ ਤੁਸੀਂ ਹੈਰਾਨ ਹੋਵੋਗੇ, ਅੱਜ ਦੇ ਵਿਗਿਆਨਕ ਵੀ ਇੱਥੇ ਪੁੱਜ ਗਏ ਨੇ। ਉਹ ਆਖਦੇ ਨੇ ਪਦਾਰਥ ਨਾਮ ਦੀ ਕੋਈ ਚੀਜ਼ ਹੈ ਹੀ ਨਹੀਂ। ਇਹ ਸਭ ਐਨਰਜੀ ਫੀਲਡ ਹੈ, ਐਨਰਜੀ ਹੈ। ਇੱਥੇ ਹੀ ਬਸ ਨਹੀਂ, ਭਗਤ ਦੀ ਦ੍ਰਿਸ਼ਟੀ ਇਸ ਤੋਂ ਵੀ ਅਗਾਂਹ ਜਾਂਦੀ ਹੈ। ਪਹਿਲੀ ਗੱਲ ਇਹ ਸੀ ਕਿ ਅਨੁਭਵ ਇੰਦਰੀਆਂ ਦੇ ਥਰੂ ਆਇਆ। ਦੇਖਣ ਵਾਲੀ ਅੱਖ ਜਿੰਨੀ ਟਿਕਦੀ ਗਈ ਓਨੀਆਂ ਕੁਦਰਤ ਦੀਆਂ ਗਹਿਰਾਈਆਂ ਪ੍ਰਗਟ ਹੁੰਦੀਆਂ ਗਈਆਂ, ਰੱਬੀ ਗੁਣ ਸਾਹਮਣੇ ਆਉਂਦੇ ਗਏ। ਸੁਰਤ ਜਿੰਨੀ ਟਿਕੀ, ਕੰਨਾਂ ਨੇ ਬਹੁਤ ਕੁਝ ਸੁਣਿਆ, ਉਸੇ ਦੀ ਆਵਾਜ਼, ਉਸੇ ਦਾ ਸੰਗੀਤ,
ਹਰ ਹਟ ਵੀ ਤੂੰ ਤੂੰ ਕਰਹਿ, ਬੋਲਹਿ ਭਲੀ ਬਾਣ। ਸੁਣਨ ਵਿੱਚ ਅੰਤਰ ਆ ਗਿਆ, ਭਗਤ ਦੀ ਚਮੜੀ ਵਿੱਚ ਵੀ ਅੰਤਰ ਹੈ। ਉਸ ਦਾ ਸਪਰਸ਼ ਕਰਨ ਦਾ ਢੰਗ ਬਿਲਕੁਲ ਅਲੱਗ ਹੈ। ਸਾਡੀ ਸਪਰਸ਼ ਦੀ ਸੈਂਸਿਟੀਵਿਟੀ ਵੀ ਬਹੁਤ ਘੱਟ ਹੈ। ਕਠੋਰ ਚੀਜ਼ ਨੂੰ ਹੀ ਜਾਣਦੇ ਹਾਂ। ਪਰਮਾਤਮਾ ਦੀ ਕੋਮਲਤਾ ਇੰਨੀ ਹਵਾਵਾਂ ਨੇ ਵੀ ਗ੍ਰਹਿਣ ਕੀਤੀ ਹੋਈ ਹੈ। ਖਾਲੀ ਥਾਂ ਵਿੱਚ ਵੀ ਕੋਈ ਐਨਰਜੀ ਹੈ। ਟਿਕੀ ਹੋਈ ਸੁਰਤ ਵਾਲੇ ਪੁਰਸ਼ ਦੀ ਚਮੜੀ ਉਸ ਨੂੰ ਵੀ ਸਪਰਸ਼ ਕਰਦੀ ਹੈ। ਇਸੇ ਤਰ੍ਹਾਂ ਜ਼ੁਬਾਨ ਹੈ। ਪਦਾਰਥ ਦਾ ਰਸ ਕੇਵਲ ਓਨਾ ਨਹੀਂ ਜਿੰਨਾ ਅਸੀਂ ਮਾਣਦੇ ਅਤੇ ਜਾਣਦੇ ਹਾਂ। ਖਿਆਲ ਰੱਖਣਾ, ਹਰ ਵਿਅਕਤੀ ਦਾ ਹਰ ਪਦਾਰਥ ਬਾਰੇ ਸਵਾਦ ਮਾਨਣ ਜਾਣਨ ਦਾ ਵੀ ਮਿਆਰ ਅਲੱਗ ਹੈ। ਇਉਂ ਹੀ ਜੋ ਬੋਲ ਅਸੀਂ ਬੋਲਦੇ ਹਾਂ, ਉਸ ਦਾ ਟੇਸਟ ਵੀ ਹਰ ਮਨੁੱਖ ਦਾ ਅਲੱਗ ਹੈ। ਅੰਦਰ ਇੱਕ ਰਸ ਭਰਿਆ ਹੈ ਜ਼ੁਬਾਨ ਤੋਂ, ਜੋ ਮਨੁੱਖ ਬੋਲਦਾ ਹੈ ਉਸ ਵਿੱਚੋਂ ਅੰਮ੍ਰਿਤ ਬਰਸਦਾ ਹੈ। ਅੰਦਰ ਕ੍ਰੋਧ ਦੀ ਅੱਗ ਭਰੀ ਹੋਈ ਹੈ, ਜ਼ੁਬਾਨ ਉਹੀ ਹੈ, ਅੱਖਰ ਵੀ ਉਹੀ ਨੇ। ਲਫ਼ਜ਼ ਬਣਾ ਕੇ ਬੋਲ ਰਿਹਾ ਹੈ, ਅੱਗ ਵਰਸਾ ਰਿਹਾ ਹੈ। ਪਰ ਅਸੀਂ ਅਨੁਭਵ ਤੱਕ ਸੀਮਤ ਰਹੀਏ। ਕਬੀਰ ਜੀ ਕਹਿੰਦੇ ਨੇ, ਜੋ ਰੱਬੀ ਗੁਣਾਂ ਨੂੰ ਮੈਂ ਮਹਿਸੂਸ ਕੀਤਾ ਹੈ, ਮਾਣਿਆ ਹੈ, ਜਾਣਿਆ ਹੈ, ਜੇ ਮੈਂ ਬਿਆਨ ਕਰਨਾ ਚਾਹਾਂ। ਪ੍ਰਾਚੀਨ ਸਮਿਆਂ ਵਿੱਚ ਸਾਡੇ ਪਾਸ ਸਾਧਨ ਹੀ ਇਹ ਸੀ ਕਿ ਜਿਸ ਨੁਕਤੇ ਨੂੰ ਸੰਭਾਲ ਕੇ ਰੱਖਣਾ ਹੈ ਉਸ ਨੂੰ ਲਿਖ ਦਿੱਤਾ ਜਾਏ। ਕਦੀ ਭੋਜ ਪੱਤਰਾਂ ਤੇ ਲਿਖਿਆ ਜਾਂਦਾ ਰਿਹਾ, ਕਈਆਂ ਪੱਥਰਾਂ ਤੇ ਲਿਖਿਆ। ਕਾਗਜ਼ ਹੋਂਦ ਵਿੱਚ ਆਇਆ ਤਾਂ ਕਾਗਜ਼ ਇਸਤੇਮਾਲ ਕੀਤਾ ਜਾਣ ਲੱਗਾ। ਮਤਲਬ ਇਹ ਸੀ, ਲਿਖੇ ਹੋਏ ਬਚਨ ਬਚਾਏ ਜਾ ਸਕਦੇ ਨੇ। ਰਿਕਾਰਡ ਕਰਨ ਦਾ ਕੋਈ ਸਾਧਨ ਨਹੀਂ ਸੀ ਕਿ ਆਵਾਜ਼ ਨੂੰ ਮਨੁੱਖ ਸੰਭਾਲ ਸਕਦਾ। ਹਾਲਾਂਕਿ ਆਵਾਜ਼ ਕਦੀ ਮਰਦੀ ਹੀ ਨਹੀਂ। ਜੋ ਤੁਸੀਂ ਲਫ਼ਜ਼ ਜ਼ਬਾਨ ਤੋਂ ਬੋਲ ਦਿੰਦੇ ਹੋ, ਫਾਰ ਐਵਰ ਉਹ ਵਾਯੂਮੰਡਲ ਵਿੱਚ ਨੇ। ਪਰ ਮਨੁੱਖ ਪਾਸ ਸਾਧਨ ਨਹੀਂ ਸਨ ਕਿ ਉਹ ਆਵਾਜ਼ ਨੂੰ ਦੁਬਾਰਾ ਸੁਣ ਸਕੇ। ਅੱਜ ਸਾਡੇ ਪਾਸ ਕੁਝ ਸਾਧਨ ਹਨ। ਇੱਕ ਵਿਅਕਤੀ ਕਿਧਰੇ ਹਜ਼ਾਰਾਂ ਮੀਲਾਂ ਦੀ ਵਿੱਥ ਤੇ ਬੈਠਾ ਬੋਲਦਾ ਹੈ। ਬ੍ਰੌਡਕਾਸਟ ਹੋ ਰਿਹਾ ਹੈ, ਟੈਲੀਕਾਸਟ ਹੋ ਰਿਹਾ ਹੈ। ਸ਼ਕਲ ਵੀ ਦੇਖ ਸਕਦੇ ਹੋ, ਆਵਾਜ਼ ਵੀ ਸੁਣ ਸਕਦੇ ਹੋ। ਪਰ ਸਮਾਂ ਵੀ ਆਵਾਜ਼ ਨੂੰ ਮਾਰਨ ਦੇ ਸਮਰੱਥ ਨਹੀਂ। ਜ਼ਰੂਰੀ ਨਹੀਂ ਟੇਪ, CD, DVD 'ਤੇ ਰਿਕਾਰਡ ਕਰਕੇ ਹੀ ਆਵਾਜ਼ ਬਚਾਈ ਜਾ ਸਕਦੀ ਹੈ, ਜਾਂ ਕੰਪਿਊਟਰ ਰਾਹੀਂ ਹੀ। ਕੁਦਰਤ ਦੇ ਸਿਸਟਮ ਵਿੱਚ ਵੀ ਆਵਾਜ਼ ਕਾਇਮ ਹੈ। ਇਸੇ ਲਈ ਤਾਂ ਵੌਇਸ ਪੋਲੂਸ਼ਨ ਹੋ ਰਿਹਾ ਹੈ। ਸਾਇੰਸਦਾਨ ਫਿਕਰਮੰਦ ਨੇ ਕਿ ਇਹ ਕਿਵੇਂ ਇੰਤਜ਼ਾਮ ਕੀਤਾ ਜਾਏ ਇਸ ਤੋਂ ਬਚਣ ਦਾ। ਪਰ ਜੋ ਸਾਧਨ ਮੌਜੂਦ ਸਨ ਆਮ ਜਨਤਾ ਵਾਸਤੇ, ਉਹ ਕਬੀਰ ਜੀ ਦੇ ਵੇਲੇ ਕਾਗਜ਼ ਹੀ ਸੀ ਕਿ ਲਿਖਿਆ ਜਾਏ ਤੇ ਉਸ ਕਾਗਜ਼ ਨੂੰ ਸੰਭਾਲਿਆ ਜਾਏ, ਅਗਾਂਹ ਆਉਣ ਵਾਲੀਆਂ ਪੀੜ੍ਹੀਆਂ ਦੇ ਵੀ ਕੰਮ ਆ ਸਕੇ। ਕਾਗਜ਼ ਦੀ ਵੀ ਕੋਈ ਸੀਮਾ ਹੈ। ਸੀ ਤਾਂ ਜਾਣਨ ਵਾਲੇ ਇੰਦਰੀਆਂ ਦੀ ਵੀ ਸੀਮਾ, ਹੱਦ ਕੋਈ। ਫਿਰ ਜਿਸ ਤੇ ਲਿਖਣਾ ਹੈ ਉਹ ਕਿਤਨਾ ਕੁ ਕਾਗਜ਼ ਹੋਵੇਗਾ, ਕਿੰਨੀ ਸਿਆਹੀ ਦੀ ਜ਼ਰੂਰਤ ਪਵੇਗੀ,
ਕਬੀਰ ਜੀ ਕਹਿੰਦੇ ਨੇ, ਜਦੋਂ ਪਰਮਾਤਮਾ ਦੇ ਗੁਣਾਂ ਦੇ ਅਨੁਭਵ ਦੀ ਮੈਂ ਗੱਲ ਕਰਦਾ ਹਾਂ ਤਾਂ ਮੈਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਜੇ ਮੈਂ 7 ਹੀ ਸਮੁੰਦਰਾਂ ਦੇ ਪਾਣੀ ਨੂੰ ਸਿਆਹੀ ਬਣਾ ਲਵਾਂ। ਇਹ ਕਿਸੇ ਦੂਜੇ ਦੀ ਗੱਲ ਨਹੀਂ ਕਰ ਰਹੇ। ਕਬੀਰ ਜੀ ਨਿੱਜੀ ਅਨੁਭਵ ਆਪਣੇ ਆਪ ਦੇ ਸੰਬੰਧ ਵਿੱਚ ਬਿਆਨ ਕਰ ਰਹੇ ਹਨ। ਕਹਿੰਦੇ ਨੇ, ਕਬੀਰ ਸਾਤ ਸਮੁੰਦਰ ਮਸ ਕਰੋ। ਜੇ ਮੈਂ 7 ਸਮੁੰਦਰਾਂ ਦੇ ਪਾਣੀ ਦੀ ਸਿਆਹੀ ਬਣਾ ਲਵਾਂ, ਕਲਮ ਕਰੋ ਬਨ ਰਾਏ। ਬਨਰਾਏ ਦਾ ਮਤਲਬ ਹੈ ਸਾਰੀ ਬਨਸਪਤੀ। ਇਸ ਜ਼ਮੀਨ ਤੇ ਜਿੰਨੇ ਰੁੱਖ ਬਿਰਸ਼ ਹਨ, ਇਹਨਾਂ ਸਾਰਿਆਂ ਦੀਆਂ ਮੈਂ ਕਲਮਾਂ ਕੱਢ ਲਵਾਂ। ਨਾ ਲੇਖਣੀ ਦੀ ਕਮੀ ਹੋਵੇ ਕਿ ਕਲਮਾਂ ਘੱਟ ਨੇ, ਨਾ ਕਾਗਜ਼ ਦੀ ਕਮੀ ਹੋਵੇ। ਲੇਕਿਨ ਪਰਮਾਤਮਾ ਦੀ ਸਿਫਤ ਪੂਰੀ ਲਿਖੀ ਜਾ ਸਕੇਗੀ, ਐਸੀ ਗੱਲ ਨਹੀਂ ਬਣਦੀ। ਸਮੁੰਦਰ ਸਾਰੇ ਪਾਣੀ ਬਣ ਜਾਣ, ਸਾਰੀ ਬਨਸਪਤੀ ਦੀਆਂ ਕਲਮਾਂ ਬਣ ਜਾਵਣ, ਬਸੁਦਾ ਕਾਗਦ ਜੋ ਕਰੋ, ਹਰ ਜਸ ਲਿਖਨ ਨਾ ਜਾਏ। ਬਸੁਦਾ ਦਾ ਮਤਲਬ ਹੈ ਧਰਤੀ। ਇਸ ਪੂਰੀ ਦੀ ਪੂਰੀ ਜ਼ਮੀਨ ਨੂੰ ਮੈਂ ਕਾਗਜ਼ ਬਣਾ ਲਵਾਂ ਤੇ ਉਸ ਕਾਗਜ਼ ਦੇ ਉੱਪਰ ਮੈਂ ਲਿਖਾਂ। ਪਰਮਾਤਮਾ ਦੇ ਗੁਣ ਬਿਆਨ ਕਰਨ ਦਾ ਯਤਨ ਕਰਾਂ ਤਾਂ ਵੀ ਲਿਖੇ ਨਹੀਂ ਜਾ ਸਕਣਗੇ। ਲਿਖਣ ਵਾਸਤੇ ਤਾਂ ਹੋਰ ਮੁਸ਼ੱਕਤ ਦੀ ਜ਼ਰੂਰਤ ਹੈ। ਕਾਗਜ਼ ਖੋਜੋਗੇ, ਸਿਆਹੀ ਬਣਾਓਗੇ, ਇਸੇ ਤਰ੍ਹਾਂ ਕਲਮਾਂ ਕੱਢੋਗੇ, ਫਿਰ ਲਿਖਣ ਦੀ ਮੁਸ਼ੱਕਤ ਕਰੋਗੇ। ਪੜ੍ਹਦੇ ਵੀ ਰਹੋ ਸਾਰੀ ਜ਼ਿੰਦਗੀ ਤਾਂ ਪੜ੍ਹਿਆਂ ਵੀ ਪਰਮਾਤਮਾ ਦੇ ਗੁਣਾਂ ਦਾ ਅੰਤ ਆਉਣ ਵਾਲਾ ਨਹੀਂ। ਜੋ ਲਿਖਣ ਵਾਲੇ ਲਿਖੀ ਜਾ ਰਹੇ ਨੇ, ਪਰਮਾਤਮਾ ਦੀ ਸਿਫਤ ਲਿਖਣ ਵਾਸਤੇ ਅਰਬਾਂ ਖਰਬਾਂ ਲੋਕ ਲੱਗ ਜਾਵਣ। ਪੜ੍ਹ ਕੇ ਵੀ ਅੰਤ ਨਹੀਂ, ਲਿਖ ਕੇ ਵੀ ਅੰਤ ਨਹੀਂ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ੍ਰੀ ਰਾਗ ਅੰਦਰ ਫਰਮਾਇਆ ਹੈ, ਨਾਨਕ ਕਾਗਦ ਲਖ ਮਣਾ, ਪੜ੍ਹ ਪੜ੍ਹ ਕੀਚੈ ਪਾਓ। ਪੜ੍ਹ ਪੜ੍ਹ ਕੇ ਵੀ ਲੱਖ ਯਤਨ ਕੋਈ ਕਰੇ ਤੇ ਲਿਖ ਕੇ ਕਰ ਲਵੇ। ਮਸੂ ਤੋਟ ਨਾ ਆਵਈ, ਲੇਖਣ ਪਾਉਣ ਚਲਾਓ। ਆਖਣ ਲੱਗੇ ਸਿਆਹੀ ਦੀ ਕਮੀ ਨਾ ਆਵੇ। ਉਹ 7 ਸਮੁੰਦਰਾਂ ਦੀ ਹੈ ਕਿ 50 ਸਮੁੰਦਰਾਂ ਦੀ ਹੈ, ਲਿਖਦਿਆਂ ਸਿਆਹੀ ਕਦੇ ਮੁੱਕੇ ਹੀ ਨਾ, ਨਾ ਕਾਗਜ਼ ਮੁੱਕੇ। ਤੇ ਲਿਖਣ ਵਾਸਤੇ ਸਪੀਡ ਵੀ ਪਾਉਣ ਦੀ, ਹਵਾ ਦੀ, ਜਿਸ ਦਾ ਕੋਈ ਅੰਤ ਨਹੀਂ, ਤੇਜ਼ ਤੋਂ ਤੇਜ਼ ਪਾਉਣ ਚੱਲ ਸਕੇ। ਲਿਖਣ ਵਾਸਤੇ ਪਾਉਣ ਹੋਵੇ, ਪਾਉਣ ਦੀ ਸਪੀਡ ਬਣ ਜਾਏ, ਪਰ ਐ ਮੇਰੇ ਮਾਲਕ ਤੇਰੇ ਗੁਣਾਂ ਦਾ ਅੰਤ ਫਿਰ ਵੀ ਨਹੀਂ ਆਵੇਗਾ। ਵੀ ਤੇਰੀ ਕੀਮਤ ਨਾ ਪਵੈ, ਹਉ ਕੇਵਡ ਆਖਾਂ ਨਾਉ। ਕਿੱਡਾ ਵੱਡਾ ਤੇਰਾ ਨਾਮ ਹੈ, ਮੈਂ ਕੀ ਬਿਆਨ ਕਰਾਂ। ਦਸਮ ਪਾਤਸ਼ਾਹ ਜੀ ਨੇ ਵੀ ਫਰਮਾਇਆ, ਵੱਡੀਆਂ ਵੱਡੀਆਂ ਅਖਵਾਉਣ ਵਾਲੀਆਂ ਸ਼ਖਸੀਅਤਾਂ ਦਾ ਜ਼ਿਕਰ ਕਰਕੇ ਫਿਰ ਦੱਸਿਆ ਕਿ ਅੰਤ ਆਉਣ ਵਾਲਾ ਨਹੀਂ। ਵਿਦਵਾਨਾਂ ਦੇ ਵਿਦਵਾਨ, ਤਿੰਨਾਂ ਦਾ ਜ਼ਿਕਰ ਕੀਤਾ ਦਸਮ ਪਾਤਸ਼ਾਹ ਨੇ। ਕਹਿਣ ਲੱਗੇ, ਨਾਰਦ ਸੇ, ਚਤੁਰਾਨਨ ਸੇ। ਚਤੁਰਾਨਨ ਬ੍ਰਹਮਾ ਨੂੰ ਆਖਿਆ ਜਾਂਦਾ ਹੈ। ਨਾਰਦ ਅਨੇਕਾਂ ਨੂੰ ਉਪਦੇਸ਼ ਦੇਣ ਵਾਲੇ ਮੁਨੀ ਮੰਨੇ ਗਏ ਨੇ।
ਧਰੂ ਦੇ ਸੰਬੰਧ ਵਿੱਚ ਵੀ ਜ਼ਿਕਰ ਆਉਂਦਾ ਹੈ ਕਿ ਜਿਸ ਵੇਲੇ ਘਰੋਂ ਨਿਕਲ ਤੁਰਿਆ ਕਿ ਭਗਤੀ ਕਰਨੀ ਹੈ, ਸਵਾਲ ਤਾਂ ਇੰਨਾ ਹੀ ਸੀ, ਕਿਸ ਉਦਮ ਤੇ ਰਾਜ ਮਿਲੇ। ਇਹ ਰਾਜ ਭਾਗ ਜੋ ਮਤਰੇਈ ਮਾਂ ਮੇਰੇ ਹੱਕ ਖੋਹਣਾ ਚਾਹੁੰਦੀ ਏ, ਉਹ ਮਿਲ ਕਿਵੇਂ ਜਾਵਣ। ਜਨਨੀ ਮਾਂ ਨੇ ਆਖਿਆ, ਪਰਮੇਸ਼ਰ ਆਰਾਧੀ ਹੈ ਜਿੱਦੋਂ ਹੋਈ ਹੈ ਪਤਿਤ ਪੁਨੀਤਾ। ਮਾਂ ਨੇ ਆਖਿਆ, ਰੱਬ ਦੀ ਭਗਤੀ ਕਰ। ਮੈਂ ਨਹੀਂ ਕਰ ਸਕੀ। ਉਹ ਪਾਪੀਆਂ ਨੂੰ ਪਵਿੱਤਰ ਕਰ ਦਿੰਦਾ ਹੈ। ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਭਾਈ ਗੁਰਦਾਸ ਜੀ ਅਗਲੀ ਪੰਕਤੀ ਵਿੱਚ ਲਿਖਦੇ ਨੇ, ਨਾਰਦ ਮੁਨ ਉਪਦੇਸ਼ਿਆ, ਨਾਮ ਨਿਧਾਨ ਅਮਿਓ ਰਸ ਪੀਤਾ। ਨਾਰਦ ਮੁਨੀ ਨੇ ਧਰੂ ਨੂੰ ਉਪਦੇਸ਼ ਬਖਸ਼ਿਆ ਤੇ ਉਹ ਨਾਮ ਨਾਲ ਜੁੜ ਗਿਆ, ਪੀਤਾ ਅੰਮ੍ਰਿਤ ਪ੍ਰਭੂ ਨਾਮ ਦਾ। ਤੋ ਨਾਰਦ ਇੱਕ ਤਾਰਾ ਲੈ ਕੇ ਪ੍ਰਭੂ ਦਾ ਭਜਨ ਗਾਉਂਦੇ ਹਰ ਵੇਲੇ। ਲੇਕਿਨ ਦਸਮ ਪਾਤਸ਼ਾਹ ਨੇ ਚਰਚਾ ਹੀ ਉਹਨਾਂ ਤੋਂ ਸ਼ੁਰੂ ਕੀਤੀ। ਹਰ ਵੇਲੇ ਗਾਉਣ ਵਾਲਾ ਵੀ ਅੰਤ ਨਹੀਂ ਪਾ ਸਕਿਆ। ਹਾਂ, ਜੋ ਗਾਏਗਾ ਰਸ ਤਾਂ ਮਾਣੇਗਾ ਹੀ। ਜਿੰਨਾ ਭਿੱਜ ਕੇ ਗਾਏਗਾ ਉਹਨਾਂ ਰਸ ਮਾਣੇਗਾ, ਅੰਤ ਨਹੀਂ ਪਾ ਸਕੇਗਾ। ਬ੍ਰਹਮਾ ਗਾਉਂਦਾ ਹੈ ਪਰ ਅੰਤ ਨਹੀਂ। नारद से चतुरानन से रुमना रिख से सबहू मिल गायो। रुमन रिखी वर्गे ते होर अनेकां उस मालक दे गुण गाउंदे रहे। उन्हां लिखे भी, लिख के भी अंत न लभा। बेद कतेब न भेद लखियो, सब हार परे हर हाथ न आयो। सब थक गए हार गए, हरी दी हद न जानी जा सकी। पाए सकै नहीं पार उमापति, उमा दा पति पार्वती दा घर वाला शिव जी, ਉਹ ਵੀ ਰੱਬ ਦੇ ਗੁਣਾਂ ਦਾ ਅੰਤ ਨਾ ਜਾਣ ਸਕਿਆ। ਸਿੱਧ ਸਨਾਥ ਸਨੰਤਨ ਧਿਆਇਓ, ਬ੍ਰਹਮਾ ਦੇ ਪੁੱਤਰ ਵੀ ਗਾਉਂਦੇ ਰਹੇ, ਸਿੱਧ ਵੀ ਬਿਆਨ ਕਰਦੇ ਰਹੇ, ਲੇਕਿਨ ਕੌਣ ਅੰਤ ਪਾ ਸਕਿਆ ਹੈ। ਧਿਆਨ ਧਰੋ ਤਿਹ ਕੋ ਮਨ ਮੈਂ, ਜਿਹ ਕੋ ਅਮਿਤੋਜ ਸਭੈ ਜਗ ਛਾਇਓ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਅੰਤ ਤਾਂ ਨਹੀਂ ਪਾ ਸਕੋਗੇ, ਪਰ ਧਿਆਨ ਜ਼ਰੂਰ ਉਸੇ ਦਾ ਹੀ ਧਰੋ ਜਿਸ ਦਾ ਬਲ ਕਿਸੇ ਮਿੱਤ ਵਿੱਚ ਮਿਣਤੀ ਵਿੱਚ ਆਉਣ ਵਾਲਾ ਨਹੀਂ। ਬਚਿੱਤਰ ਨਾਟਕ ਵਿੱਚ ਬਿਲਕੁਲ ਭਗਤ ਕਬੀਰ ਜੀ ਵਾਲਾ ਖਿਆਲ ਕਲਗੀਧਰ ਪਾਤਸ਼ਾਹ ਜੀ ਨੇ ਦਿੱਤਾ ਹੈ। ਕਾਗਦ ਦੀਪ ਸਭੈ ਕਰ ਕੈ, ਅਰ ਸਾਤ ਸਮੁੰਦਰਨ ਕੀ ਮਸ ਕਹਿ ਹੋਂ। ਸੱਤਾਂ ਸਮੁੰਦਰਾਂ ਦੀ ਸਿਆਹੀ, ਸਾਰੇ ਦੀਪ ਪ੍ਰਿਥਵੀ ਦੇ ਖੰਡ ਸਭ ਕਾਗਜ਼ ਬਣਾ ਲਵਾਂ। ਕਾਟ ਬਨਾਸਪਤੀ ਸਗਰੀ, ਲਿਖ ਬੇਹੂੰ ਕੇ ਲੇਖਨ ਕਾਜ ਬਨੈ ਹਾਂ। ਸਾਰੀ ਬਨਸਪਤੀ ਦੀਆਂ ਕਲਮਾਂ ਕੱਢ ਲਵਾਂ। ਸਾਰਸਤੀ ਬਕਤਾ ਕਰ ਕੈ, ਜੁਗ ਕੋਟ ਗਣੇਸ਼ ਕੈ ਹਾਥ ਲਿਖੈ ਹਾਂ। ਬੇਸ਼ੱਕ ਸਰਸਵਤੀ ਵਰਗੀ ਦੇਵੀ ਬਖਤਾ ਬਣ ਜਾਏ, ਬਿਆਨ ਕਰਨ ਵਾਲੀ, ਅੰਤ ਨਾ ਪਾਇਆ ਜਾਏਗਾ। ਤੇ ਭਾਵੇਂ ਗਣੇਸ਼ ਵਰਗਾ ਲਿਖਾਰੀ ਹੋਵੇ ਤੇ ਕਰੋੜਾਂ ਯੁੱਗ ਲਿਖਦਾ ਰਹੇ, ਤਾਂ ਵੀ ਅੰਤ ਆਉਣ ਵਾਲਾ ਨਹੀਂ। ਕਾਲ ਕਿਰਪਾਲ ਬਿਨਾ ਬਿਨਤੀ, ਨਾ ਤਉ ਤੁਮ ਕੋ ਪ੍ਰਭ ਨੈ ਕਰੇ ਜੈ ਹੋ। ਐ ਮਾਲਕ ਤੇਰੇ ਅੱਗੇ ਬੇਨਤੀ ਹੀ ਕਰਨੀ ਬਣ ਆਉਂਦੀ ਹੈ, ਤੇਰੀਆਂ ਸਿਫਤਾਂ ਦਾ ਅੰਤ ਨਹੀਂ ਪਾਇਆ ਜਾ ਸਕੇਗਾ।
ਕਬੀਰ ਜੀ ਕਹਿੰਦੇ ਹਨ, ਗੁਣ ਗਾਉਣ ਵਾਲੇ ਨੂੰ ਇਹ ਗੱਲ ਆਰੰਭ ਵਿੱਚ ਹੀ ਤਸਲੀਮ ਕਰ ਲੈਣੀ ਚਾਹੀਦੀ ਹੈ। ਅਨੁਭਵ ਕਰੋ, ਇਹ ਇੰਦਰੇ ਪ੍ਰਭੂ ਦੀ ਬੜੀ ਵੱਡੀ ਦਾਤ ਹਨ। ਜ਼ਬਾਨ ਬੋਲ ਕੇ ਗਾਉਂਦੀ ਹੈ, ਅੱਖਾਂ ਵੀ ਕਿਸੇ ਰਸ ਵਿੱਚ ਭਿੱਜ ਕੇ ਅਨੁਭਵ ਕਰ ਸਕਦੀਆਂ ਨੇ ਔਰ ਗਾ ਸਕਦੀਆਂ ਨੇ। ਇਹਨਾਂ ਵਿੱਚੋਂ ਵੀ ਇੱਕ ਸੰਗੀਤ ਬਰਸ ਸਕਦਾ ਹੈ। ਇਹ ਕੰਨਾਂ ਦੇ ਕਟੋਰੇ ਵੀ ਅੰਮ੍ਰਿਤ ਨਾਲ ਭਰ ਸਕਦੇ ਨੇ। ਜ਼ਰੂਰਤ ਕੇਵਲ ਸੁਰਤ ਨੂੰ ਸਾਧ ਲੈਣ ਦੀ ਹੈ। ਇਸ ਲਈ ਹੋਰ ਕੁਝ ਵੀ ਨਾ ਕਰ ਸਕੋ ਤਾਂ ਕੋਈ ਹਰਜਾ ਨਹੀਂ। ਇੱਕ ਕੰਮ ਹਰ ਇਨਸਾਨ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਕਿ ਆਪਣੀ ਹੋਸ਼ ਨੂੰ, ਆਪਣੀ ਸੁਰਤ ਨੂੰ ਟਿਕਾਓ ਵਿੱਚ ਲਿਆਂਦਾ ਜਾਏ। ਔਰ ਤੁਸੀਂ ਹੈਰਾਨ ਹੋਵੋਗੇ, ਜਿਤਨੀ ਸੁਰਤ ਨੂੰ ਟਿਕਾ ਲਓਗੇ, ਇਹਨਾਂ ਇੰਦਰੀਆਂ ਰਾਹੀਂ ਵੀ ਸੂਚਨਾਵਾਂ ਉਹ ਪ੍ਰਾਪਤ ਹੋਣਗੀਆਂ ਜਿਹੜੀਆਂ ਕਦੀ ਤੁਸੀਂ ਸੁਪਨੇ ਵਿੱਚ ਵੀ ਨਹੀਂ ਸੋਚੀਆਂ ਸਨ। ਕਾਦਰ ਕੁਦਰਤ ਵਿੱਚ ਵਰਤ ਰਿਹਾ ਹੈ, ਹਰ ਪਲ ਵਰਤ ਰਿਹਾ ਹੈ, ਹਰ ਥਾਂ ਵਰਤ ਰਿਹਾ ਹੈ। ਬਿਆਨ ਕਰਨ ਤੋਂ ਪਰੇ ਹੈ ਉਸ ਦੀ ਕਹਾਣੀ। ਕਬੀਰ ਜੀ ਉਸ ਅਨੁਭਵ ਵਿੱਚੋਂ ਇਹ ਬਚਨ ਕਹਿ ਰਹੇ ਹਨ। ਕਬੀਰ ਸਾਤ ਸਮੁੰਦਰ ਹੈ ਮਸ ਕਰੋ, ਕਲਮ ਕਰੋ ਬਨ ਰਾਏ, ਬਸੁਧਾ ਕਾਗਦ ਜੋ ਕਰੋ, ਹਰਿ ਜਸ ਲਿਖਨ ਨਾ ਜਾਏ। ਪ੍ਰਭੂ ਦੀ ਵਡਿਆਈ ਲਿਖਣ ਤੋਂ ਪਰੇ ਹੈ। ਅਗਲਾ ਸ਼ਲੋਕ ਹੈ, ਕਬੀਰ ਜ਼ਾਤ ਜੁਲਾਹਾ ਕਿਆ ਕਰੈ, ਹਿਰਦੈ ਬਸੈ ਗੋਪਾਲ, ਕਬੀਰ ਰਮਈਆ ਕੰਠ ਮਿਲ, ਚੂਕਹਿ ਸਰਬ ਜੰਜਾਲ। ਹਿੰਦੁਸਤਾਨ ਦੇ ਸਮਾਜ ਵਿੱਚ ਇਹ ਬੜੀ ਵੱਡੀ ਕਮਜ਼ੋਰੀ ਸੀ ਕਿ ਇਨਸਾਨ ਨੂੰ ਕਿੱਤੇ ਤੋਂ ਵੰਡਦਿਆਂ ਜਨਮ ਤੋਂ ਵੰਡ ਕਰਨ ਲੱਗ ਪਏ। ਇੱਥੇ ਹੀ ਬੜੀ ਵੱਡੀ ਗੁਸਤਾਖੀ ਹੋਈ। ਕਿੱਤਾ ਕੋਈ ਚਮੜੇ ਦਾ ਕਰਦਾ ਹੈ। ਚਮਾਰ ਸ਼ਬਦ ਇਸ ਗੱਲ ਦੀ ਸੂਚਨਾ ਦਿੰਦਾ ਹੈ ਕਿ ਇਹ ਆਦਮੀ ਚਮੜੇ ਦਾ ਕੰਮ ਕਰਦਾ ਹੈ। ਕੋਈ ਹਰਜਾ ਨਹੀਂ, ਕੋਈ ਕਿਰਤ ਬੁਰੀ ਥੋੜੀ ਹੈ। ਇੱਕ ਕਿਰਤ ਕਰ ਰਿਹਾ ਹੈ, ਲੋਕਾਂ ਦੇ ਪਹਿਨਣ ਲਈ ਜੋੜੇ ਤਿਆਰ ਕਰਦਾ ਹੈ, ਇੱਕ ਸਹੂਲਤ ਪੈਦਾ ਕਰਦਾ ਹੈ। ਚਮੜੇ ਤੋਂ ਹੋਰ ਬੜਾ ਕੁਝ ਬਣਦਾ ਹੈ। ਬੁਰਾ ਇਸ ਵਿੱਚ ਕੀ ਹੈ? ਆਖਰ ਸਾਡੇ ਸਰੀਰ ਤੇ ਇੰਨਾ ਚਮੜਾ ਲੱਗਾ ਹੋਇਆ ਹੈ। ਚਮੜਾ ਕੋਈ ਬੁਰੀ ਵਸਤੂ ਤਾਂ ਨਹੀਂ। ਇੱਕ ਆਦਮੀ ਲੋਹੇ ਦਾ ਕੰਮ ਕਰਦਾ ਹੈ, ਲੋਹਾਰ ਸ਼ਬਦ ਸੂਚਨਾ ਦਿੰਦਾ ਹੈ ਕਿ ਇਹ ਲੋਹੇ ਦਾ ਕੰਮ ਕਰਦਾ ਹੈ। ਕੋਈ ਹਰਜਾ ਨਹੀਂ। ਬਲੈਕ ਸਮਿਥ ਇਸ ਕਲਚਰ ਦੇ ਲੋਕ ਸ਼ੌਪ ਦੇ ਬਾਹਰ ਵੀ ਲਿਖ ਦਿੰਦੇ ਨੇ। ਲੰਘਦੇ ਜਾਂਦੇ ਨੂੰ ਖਬਰ ਮਿਲੇ ਕਿ ਕਿਸ ਕੰਮ ਦੀ ਦੁਕਾਨ ਹੈ। ਸ਼ੂ ਮੇਕਰ, ਨੁਕਸਾਨ ਕੀ ਹੈ? ਕੋਈ ਕੱਪੜਾ ਉਣਦਾ ਹੈ, ਕੋਈ ਅੰਨ ਪੈਦਾ ਕਰਦਾ ਹੈ, ਆਪਣੀ ਆਪਣੀ ਕਿਰਤ ਹੈ। ਲੇਕਿਨ ਸਾਡੇ ਦੇਸ਼ ਵਿੱਚ ਇੱਕ ਵੱਡੀ ਗਲਤੀ ਇਹ ਕੀਤੀ ਗਈ ਕਿ ਇੱਕ ਚਮੜੇ ਦਾ ਕੰਮ ਛੱਡ ਕੇ ਸੋਨੇ ਦਾ ਕਾਰੀਗਰ ਵੀ ਬਣ ਜਾਏ ਤਾਂ ਵੀ ਉਸ ਨੂੰ ਚਮਾਰ ਆਖਦੇ ਰਹੇ। ਅਸੀਂ ਕਿੱਤੇ ਤੋਂ ਨਹੀਂ, ਜਨਮ ਤੋਂ ਜ਼ਾਤ ਮੰਨ ਲਈ। ਔਰ ਇਸੇ ਕਾਰਨ ਹਿੰਦੁਸਤਾਨ ਦੇ ਸਮਾਜ ਵਿੱਚ ਇੰਨੀਆਂ ਵੰਡੀਆਂ ਪੈ ਗਈਆਂ ਕਿ ਅਤ ਕਮਜ਼ੋਰ ਹੋ ਕੇ ਦੇਸ਼ ਰਹਿ ਗਿਆ। ਫਿਰ ਕਿਸੇ ਨੂੰ ਸ਼ੂਦਰ ਆਖ ਦਿੱਤਾ, ਕਿਸੇ ਨੂੰ ਊਚ, ਕਿਸੇ ਨੂੰ ਨੀਚ। ਜੁਲਾਹ ਪਰਿਵਾਰ ਵਿੱਚ ਕੋਈ ਪੈਦਾ ਹੋਇਆ ਹੈ, ਉਸ ਨੂੰ ਵੀ ਸ਼ੂਦਰ ਗਿਣ ਲਿਆ ਗਿਆ ਹੈ, ਜੁਲਾਹ ਹੈ। ਕਬੀਰ ਜੀ ਤੋਂ ਵੱਡਾ ਬ੍ਰਾਹਮਣ ਕਿਹੜਾ ਮਿਲ ਸਕਦਾ ਹੈ ਜਿਸ ਨੇ ਬ੍ਰਹਮ ਨੂੰ ਜਾਣਿਆ ਹੋਵੇ। ਲੇਕਿਨ ਬ੍ਰਾਹਮਣ ਦੇ ਘਰ ਪੈਦਾ ਹੋਇਆ ਬੱਚਾ ਅਤ ਸ਼ੂਦਰਤਾ ਦੇ ਕੰਮ ਕਰੇ, ਉਹ ਤਾਂ ਵੀ ਊਚ।
ਜੁਲਾਹਿਆਂ ਦੇ ਘਰ ਪੈਦਾ ਹੋਇਆ ਬੱਚਾ ਬ੍ਰਹਮ ਨੂੰ ਜਾਣ ਲਵੇ ਉਹ ਫਿਰ ਵੀ ਸ਼ੂਦਰ। ਇਹ ਬੇਇਨਸਾਫੀ ਸੀ, ਇਹ ਧੱਕਾ ਸੀ। ਪਰ ਕਬੀਰ ਜੀ ਇਸ ਧੱਕੇ ਦੇ ਖਿਲਾਫ ਖੜੇ ਹੋਏ। ਇਹ ਨਹੀਂ ਕਿ ਉਹ ਕਿਸੇ ਦਾ ਕੋਈ ਨਿਰਾਦਰ ਕਰਨਾ ਚਾਹੁੰਦੇ ਹਨ। ਉਹ ਕਹਿੰਦੇ ਨੇ ਤੁਸੀਂ ਲੱਖ ਆਖੋ ਮੈਂ ਜੁਲਾਹਾ, ਜੇ ਤੁਸੀਂ ਇੰਜ ਦੇਖਦੇ ਹੋ ਕਿ ਮੈਂ ਤਾਣਾ ਪੇਟਾ ਤਣਦਾ ਹਾਂ, ਕੱਪੜਾ ਉਣਦਾ ਹਾਂ, ਮੈਂ ਜੁਲਾਹਾ ਹਾਂ, ਤਾਂ ਮੈਂ ਪ੍ਰਸੰਨ ਹੁੰਦਾ। ਇਹ ਤਾਣਾ ਪੇਟਾ ਮੇਰੇ ਨਾਲੋਂ ਵੱਡਾ ਪ੍ਰਮਾਤਮਾ ਨੇ ਪਸਾਰਿਆ ਹੋਇਆ ਹੈ। ਮੇਰੀ ਤੇ ਉਸ ਦੀ ਕੁੱਲ ਇੱਕੋ ਹੀ ਹੈ। ਉਂਝ ਵੀ ਅੰਤਰੀਵ ਦ੍ਰਿਸ਼ਟੀਕੋਣ ਤੋਂ ਦੇਖੋਗੇ ਮੈਂ ਉਸ ਦੀ ਅੰਸ਼ ਹਾਂ, ਸਾਰੇ ਉਸ ਦੀ ਅੰਸ਼ ਹੋ। ਜੇ ਕਿਤੇ ਤੋਂ ਮੈਨੂੰ ਤੁਸੀਂ ਦੇਖ ਕੇ ਜੁਲਾਹਾ ਆਖ ਕੇ ਸ਼ੂਦਰ ਆਖਣ ਦਾ ਯਤਨ ਕਰੋਗੇ ਤਾਂ ਪਰਮਾਤਮਾ ਨੂੰ ਕੀ ਕਹੋਗੇ? ਉਹ ਤਾਂ ਬਹੁਤ ਵੱਡਾ ਜੁਲਾਹਾ ਹੈ ਜਿਸ ਨੇ ਪੂਰੀ ਦੁਨੀਆ ਦਾ ਤਾਣਾ ਪੇਟਾ ਤਣਿਆ ਹੈ। ਕੋਰੀ ਕੋ ਕਾਹੂ ਮਰਮ ਨਾ ਜਾਣਾ, ਸਭ ਜਗ ਆਨ ਤਨਾਇਓ ਤਾਨਾ। ਮੈਂ ਤਾਂ ਬਹੁਤ ਛੋਟਾ ਜਿਹਾ ਜੁਲਾਹਾ, ਪਰਮਾਤਮਾ ਤਾਂ ਬਹੁਤ ਵੱਡਾ ਹੈ। ਕੋਈ ਆਖਣਾ ਚਾਹੇ ਪਰਮਾਤਮਾ ਚਮੜੇ ਦਾ ਕੰਮ ਕਰਦਾ ਹੈ, ਜੇ ਚਮੜੇ ਦੇ ਕੰਮ ਕਰਨ ਵਾਲਾ ਚਮਾਰ ਸ਼ੂਦਰ ਹੈ ਤਾਂ ਰੱਬ ਤਾਂ ਸਾਰਾ ਚਮੜਾ ਬਣਾਇਆ ਹੀ ਉਸੇ ਨੇ ਹੈ। ਹਰ ਜੀਵ ਪੈਦਾ ਕਰਨ ਵਾਲਾ ਜੇ ਪਰਮਾਤਮਾ ਹੈ ਤਾਂ ਚਮੜਾ ਉਸੇ ਨੇ ਲਾਇਆ। ਇਹ ਛੋਟਾ ਮੋਟਾ ਚਮੜੇ ਦਾ ਕੰਮ ਕਰਨ ਵਾਲਾ ਉਸ ਦੇ ਮੁਕਾਬਲੇ ਬੜਾ ਛੋਟਾ ਚਮਾਰ ਹੋਵੇਗਾ। ਪਰ ਇਹ ਬ੍ਰਾਹਮਣਵਾਦ ਦਾ ਇੱਕ ਕੀਤਾ ਹੋਇਆ ਗਲਤ ਪ੍ਰਚਾਰ ਸੀ। ਕਬੀਰ ਜੀ ਨੇ ਧੱਜੀਆਂ ਉਡਾਈਆਂ ਇਸ ਦੀਆਂ। ਉਹ ਕਹਿਣ ਲੱਗੇ ਪ੍ਰਭੂ ਦੀ ਸਿਫਤ ਕਰਨ ਵਾਲਾ ਕੋਈ ਹੋਵੇ, ਤੁਸੀਂ ਆਖਦੇ ਰਹੋ ਮੈਂ ਨੀਵੀਂ ਜ਼ਾਤ ਦਾ ਹਾਂ, ਜੁਲਾਹਾ ਹਾਂ, ਪਰ ਇਸ ਕਾਰਨ ਮੇਰੇ ਅੰਦਰ ਕੋਈ ਨਿਤਾਣਾਪਣ, ਕਮਜ਼ੋਰੀ ਨਹੀਂ ਆਉਂਦੀ। ਮੇਰੇ ਹਿਰਦੇ ਵਿੱਚ ਹਰੀ ਵਸਦਾ ਹੈ। ਇਹ ਜਨਮ ਦੀ ਜ਼ਾਤ ਜੋ ਤੁਸੀਂ ਬਣਾ ਲਈ ਹੈ, ਤੁਸੀਂ ਗਿਣਦੇ ਰਹੋ। ਸਾਰੇ ਸਮਾਜ ਨੂੰ ਬਦਲਣ ਮੈਂ ਕਿੱਥੇ ਜਾ ਸਕਦਾ? ਸੰਤ ਵਿੱਚ ਤੇ ਸਮਾਜ ਸੇਵਕ ਵਿੱਚ ਇਹ ਬੁਨਿਆਦੀ ਤੌਰ ਤੇ ਫਰਕ ਹੁੰਦਾ ਹੈ। ਸਮਾਜ ਸੇਵਕ ਆਖਦਾ ਮੈਂ ਸਾਰਾ ਸਮਾਜ ਬਦਲ ਕੇ ਰੱਖ ਦੇਣਾ, ਸੰਤ ਆਖਦਾ ਮੈਂ ਆਪਣਾ ਆਪਾ ਬਦਲਣਾ ਹੈ। ਹਰ ਆਦਮੀ ਆਪਾ ਬਦਲਣ ਦਾ ਯਤਨ ਕਰੋ। ਸਮਾਜ ਨਾਮ ਦੀ ਕੋਈ ਚੀਜ਼ ਹੈ ਹੀ ਨਹੀਂ। ਵਿਅਕਤੀਆਂ ਦੇ ਜੋੜ ਨੂੰ ਤੁਸੀਂ ਸਮਾਜ ਆਖਦੇ ਹੋ। ਹਰ ਵਿਅਕਤੀ ਬਦਲ ਜਾਏ, ਸਮਾਜ ਬਦਲ ਗਿਆ। ਕਬੀਰ ਜੀ ਕਹਿੰਦੇ ਨੇ ਮੇਰਾ ਤਾਂ ਕੋਈ ਨੁਕਸਾਨ ਨਹੀਂ, ਨਾ ਮੇਰੇ ਅੰਦਰ ਕੋਈ ਕਮਜ਼ੋਰੀ ਆਉਂਦੀ ਹੈ, ਕੋਈ ਮੈਨੂੰ ਜੁਲਾਹਾ ਆਖੇ। ਜ਼ਾਤ ਜੁਲਾਹਾ ਮਤ ਕਾ ਧੀਰ, ਸਹਿਜ ਸਹਿਜ ਗੁਣ ਰਮੈ ਕਬੀਰ। ਪਰ ਮੇਰੀ ਮਤ ਧੀਰਜ ਵਾਲੀ ਬਣ ਗਈ ਹੈ। ਮੈਂ ਟਿਕ ਕੇ ਮਾਲਕ ਦੇ ਗੁਣ ਗਾ ਰਿਹਾ, ਤੇ ਜੋ ਮਾਲਕ ਦੀ ਸਿਫਤ ਵਿੱਚ ਲੀਨ ਹੋ ਜਾਂਦਾ ਹੈ ਉਹ ਪਰਮਾਤਮਾ ਦੇ ਕੰਠ ਮਿਲ ਜਾਂਦਾ ਹੈ। ਪ੍ਰਭੂ ਉਸ ਨੂੰ ਗਲਵਕੜੀ ਵਿੱਚ ਲੈ ਲੈਂਦੇ ਨੇ। ਉਹ ਕਾਦਰ ਵਿੱਚ ਲੀਨ ਹੈ। ਕਬੀਰ ਰਮਈਆ ਕੰਠ ਮਿਲ, ਚੁੱਕਹਿ ਸਰਬ ਜੰਜਾਲ। ਮਾਇਆ ਦੇ ਸਾਰੇ ਜੰਜਾਲ ਮੁੱਕ ਜਾਣਗੇ ਪ੍ਰਭੂ ਦੀ ਯਾਦ ਵਿੱਚ ਜੁੜ। ਕਬੀਰ ਜੀ ਕਹਿੰਦੇ ਨੇ ਇਹ ਨੀਵੀਂ ਜ਼ਾਤ ਪਾਤ ਦੀ ਕਮਜ਼ੋਰੀ ਸਮਾਜ ਦੀ ਬਣਾਈ ਹੋਈ ਕਮਜ਼ੋਰੀ ਹੈ। ਸਤਿਗੁਰੂ ਜੀ ਨੇ ਆਖਿਆ ਹੈ, ਦੇਖੋ ਜਿਸ ਨੀਚ ਕੋ ਕੋਈ ਨਾ ਜਾਣੈ, ਨਿਰਾਦਰ ਦਿੰਦੇ ਹੋਣ ਲੋਕ ਨੀਚ ਆਖ ਕੇ। ਨਾਮ ਜਪਤ ਉਹ ਚਹੁ ਕੁੰਟ ਮਨ। ਅਗਰ ਉਸ ਨੇ ਰੱਬੀ ਅਨੁਭਵ ਮਾਣਿਆ, ਉਸ ਵਿੱਚ ਭਿੱਜ ਕੇ ਪ੍ਰਭੂ ਦੇ ਗੁਣ ਗਾਏ, ਚੌਹਾਂ ਕੁੰਟਾਂ ਵਿੱਚ ਉਸ ਦੀ ਪ੍ਰਸਿੱਧੀ ਹੋ ਗਈ। ਅੱਜ ਕਬੀਰ ਜੀ ਦੀ ਪ੍ਰਸਿੱਧੀ ਕੋਈ ਘੱਟ ਹੈ? ਇੱਕ ਥੋੜ੍ਹੀ, ਅਨੇਕਾਂ ਨੇ। ਭਗਤ ਧੰਨਾ ਜੀ ਦੇ ਸ਼ਬਦਾਂ ਵਿੱਚ ਮਹੱਲਾ 5ਵਾਂ ਦੇ ਸਿਰਲੇਖ ਹੇਠ ਪੰਚਮ ਪਾਤਸ਼ਾਹ ਦਾ ਇੱਕ ਸ਼ਬਦ ਹੈ। ਹਜ਼ੂਰ ਕਹਿੰਦੇ ਨੇ ਗੋਬਿੰਦ 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 ਸੰਗ,
ਨਾਮ ਦਿਓ ਮਨ ਲੀਣਾ। ਨਾਮਦੇਵ ਨੂੰ ਵੀ ਬ੍ਰਾਹਮਣ ਸ਼ੂਦਰ ਆਖਦਾ ਸੀ, ਪਰ ਉਸ ਦਾ ਮਨ ਲੀਨ ਹੋ ਗਿਆ ਪ੍ਰਭੂ ਵਿੱਚ। ਤੇ ਲੋਕ ਆਖਦੇ ਸਨ ਅੱਧੀ ਕੌਡੀ ਦਾ ਛੀਪਾ ਹੈ, ਸਤਿਗੁਰੂ ਕਹਿੰਦੇ ਨੇ ਉਹ ਲੱਖਾਂ ਦਾ ਹੋ ਗਿਆ। ਆਡ ਦਾਮ ਕੋ ਛੀਪਰੋ ਹੋਇਓ ਲਾਖੀਣਾ। ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਨੀਚ ਕੁਲਾ ਜੋ ਲਾਹਰਾ ਭਇਓ ਗੁਨੀ ਗਹੀਰਾ। ਜਿਸ ਨੂੰ ਨੀਚ ਕੁਲ ਦਾ ਜੁਲਾਹਾ ਆਖਦੇ ਸਨ ਲੋਕ, ਉਹ ਗੁਣਾਂ ਦਾ ਗਹਿਰਾ ਸਮੁੰਦਰ ਬਣ ਗਿਆ। ਰਵਿਦਾਸ ਟੋਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ। ਚਮੜੇ ਦਾ ਕੰਮ ਕਰਨਾ ਕੋਈ ਬੁਰਾਈ ਨਹੀਂ। ਰਵਿਦਾਸ ਜੀ ਕਰਦੇ ਸਨ। ਮੋਏ ਡੰਗਰ ਵੀ ਚੁੱਕ ਕੇ ਬਾਹਰ ਸੁੱਟਣੇ। ਗੰਦਗੀ ਫੈਲਾਉਂਦੇ ਤਾਂ ਨਹੀਂ, ਮਿਟਾਉਂਦੇ ਨੇ। ਉਸ ਚਮੜੇ ਤੋਂ ਵੀ ਕੰਮ ਲੈਂਦੇ ਨੇ। ਮੋਹ ਮਾਇਆ ਦੇ ਅਸਰ ਤੋਂ ਉੱਚੇ ਉੱਠ ਗਏ। ਤਿੰਨ ਤਿਆਗੀ ਮਾਇਆ। ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸਾਧ ਸੰਗਤ ਪ੍ਰਗਟ ਹੋ ਗਈ, ਹਰੀ ਦੇ ਦਰਸ਼ਨਾਂ ਦੀ ਦੌਲਤ ਪ੍ਰਾਪਤ ਕਰ ਲਈ। ਸੈਨ ਨਾਈ ਬੁੱਤਕਾਰੀਆ। ਬੁੱਤੀਆਂ ਕਰਨ ਵਾਲਾ ਸੈਨ ਨਾਈ। ਉਹ ਘਰ ਘਰ ਸੁਣਿਆ। ਅੱਜ ਵੀ ਲੋਕ ਸ੍ਰੀ ਸੈਣ ਜੀ ਦਾ ਨਾਮ ਲੈ ਕੇ ਸਿਰ ਝੁਕਾਉਂਦੇ ਨੇ। ਉਹ ਘਰ ਘਰ ਸੁਣਿਆ। ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗਨਿਆ। ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ। ਵੱਡੀਆਂ ਵੱਡੀਆਂ ਜਗੀਰਾਂ ਤੇ ਜਾਇਦਾਦਾਂ ਦੇ ਮਾਲਕ ਬਥੇਰੇ ਜੱਟ ਹੋਣਗੇ। ਕੌਣ ਨਾਮ ਜਾਣਦਾ ਹੈ? ਇਹ ਜ਼ਮੀਨ ਕਿਸੇ ਦੀ ਬਣੀ? ਧੰਨਾ ਜੀ ਨੂੰ ਜਾਟਰੋ ਲਿਖਿਆ, ਗਰੀਬੜਾ ਜੱਟ। ਲੇਕਿਨ ਉਹ ਭਗਤੀ ਵੱਲ ਲੱਗ ਗਏ। ਭਗਤ ਧੰਨਾ ਜੀ ਨੂੰ ਅੱਜ ਵੀ ਸਿਰ ਝੁਕਦੇ ਨੇ, ਨਮਸਕਾਰਾਂ ਹੁੰਦੀਆਂ ਨੇ। ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਵੱਡੇ ਭਾਗਾਂ ਵਾਲੇ ਹੋ ਗਏ ਧੰਨਾ ਜੀ। ਕਬੀਰ ਜੀ ਕਹਿੰਦੇ ਨੇ ਜ਼ਾਤ ਨਾਲ ਕੋਈ ਫਰਕ ਨਹੀਂ ਪੈਂਦਾ। ਜ਼ਾਤ ਕੁਝ ਨਹੀਂ ਵਿਗਾੜਦੀ, ਕੋਈ ਕਮਜ਼ੋਰੀ ਮੇਰੇ ਅੰਦਰ ਨਹੀਂ ਲਿਆ ਸਕਦੀ। ਕਬੀਰ ਜ਼ਾਤ ਜੁਲਾਹਾ ਕਿਆ ਕਰੇ, ਹਿਰਦੈ ਬਸੈ ਗੋਪਾਲ। ਜਦੋਂ ਹਿਰਦੇ ਅੰਦਰ ਨਿਰੰਕਾਰ ਵਸਦਾ ਹੈ ਤਾਂ ਇਸ ਆਦਮੀ ਨੂੰ ਸ਼ੂਦਰ ਆਖਣਾ ਮਹਾਨ ਪਾਪ ਹੋਵੇਗਾ। ਕਬੀਰ ਰਮਈਆ ਕੰਠ ਮਿਲ ਚੁੱਕਹਿ ਸਰਬ ਜੰਜਾਲ। ਉਸ ਹਰੀ ਪਰਮਾਤਮਾ ਨਾਲ ਜੁੜ ਮਾਇਆ ਦੇ ਜਾਲ ਮੁੱਕ ਜਾਣਗੇ। ਕਬੀਰ ਜੀ ਜੁੜ ਗਏ, ਜੰਜਾਲ ਮੁੱਕ ਗਏ। ਆਮ ਸੰਸਾਰ ਭਾਵੇਂ ਊਚ ਸਦਵਾਉਣ ਵਾਲਾ ਕਿਉਂ ਨਾ ਹੋਵੇ, ਪਰ ਉਹ ਇਸ ਘਟਨਾ ਵਿੱਚੋਂ ਗੁਜ਼ਰਦਾ ਹੀ ਨਹੀਂ। ਸੁਰਤ ਹੀ ਹੋਰ ਪਾਸੇ ਹੈ। ਉਸ ਨੂੰ ਤੱਕ ਕੇ ਵੀ ਸੰਸਾਰ ਨੇ ਜੋ ਕੁਝ ਵੀ ਅਪਣਾਇਆ, ਉਸ ਨੂੰ ਤੱਕ ਕੇ ਵੀ ਕਬੀਰ ਜੀ ਨੇ ਉਸ ਦ੍ਰਿਸ਼ ਨੂੰ ਵੀ ਸਾਡੇ ਸਨਮੁਖ ਰੱਖਿਆ ਕਿ ਦੁਨੀਆ ਕਿੱਧਰ ਭਟਕ ਰਹੀ ਹੈ। ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ। ਪਾਂਚੋ ਲੜਕੇ ਮਾਰ ਕੇ ਰਹਿ ਰਾਮ ਲਿਓ ਲਾਏ। ਕਹਿੰਦੇ ਨੇ ਐਸਾ ਕੋਈ ਦਿਖਾਈ ਦਿੰਦਾ ਨਹੀਂ। ਭਾਵ ਬਹੁਤ ਵਿਰਲੇ ਪੁਰਸ਼ ਹੋਣਗੇ ਟਾਵੇਂ ਜਿਹੜੇ ਮੰਦਰ ਨੂੰ ਜਲਾ ਦੇਣ। ਸਰੀਰ ਦਾ ਮੋਹ ਜਿਹੜਾ ਹੈ, ਅਸਾਂ ਮੰਦਰ ਬਣਾ ਲਿਆ ਜਿਸ ਵਿੱਚ ਸਾਡਾ ਵਾਸ ਬਣ ਗਿਆ ਹੈ। ਸਰੀਰ ਵਿੱਚ ਹੈ ਰੂਹ ਦਾ ਵਾਸ। ਸਰੀਰ ਦੇ ਮੋਹ ਵਿੱਚ ਸਾਡੀ ਮਾਨਸਿਕ ਅਵਸਥਾ ਗ੍ਰਸੀ ਪਈ ਹੈ। ਇਸੇ ਨੂੰ ਆਪਣਾ ਰੂਪ ਜਾਣ ਲਿਆ ਹੈ। ਪਰ ਕਦੀ ਵਕਤ ਸੀ ਜਾਦੇ ਸਰੀਰ ਸਾਨੂੰ ਅਜੇ ਮਿਲਿਆ ਨਹੀਂ ਸੀ। ਫਿਰ ਇੱਕ ਵਕਤ ਆਏਗਾ ਜਦ ਇਸ ਸਰੀਰ ਦਾ ਸਾਥ ਛੱਡ ਕੇ ਜਾਣਾ ਹੀ ਹੋਵੇਗਾ। ਹਰ ਕੋਈ ਗਿਆ ਹੈ, ਅਸਾਂ ਵੀ ਜਾਣਾ ਹੈ। ਫਿਰ ਇਹ ਮੋਹ ਝੂਠਾ ਨਹੀਂ ਤਾਂ ਹੋਰ ਕੀ ਹੈ।
ਇਸ ਦਾ ਭਾਵ ਇਹ ਨਹੀਂ ਕਿ ਸਰੀਰ ਦਾ ਕੋਈ ਨਿਰਾਦਰ ਕਰਨਾ ਹੈ ਜਾਂ ਆਤਮ ਹੱਤਿਆ ਕਰ ਲੈਣੀ ਹੈ। ਆਤਮ ਹੱਤਿਆ ਤਾਂ ਸ਼ਬਦ ਹੀ ਗਲਤ ਹੈ। ਆਤਮਾ ਦੀ ਹੱਤਿਆ ਹੋ ਹੀ ਨਹੀਂ ਸਕਦੀ। ਆਤਮਾ ਅਮਰ ਹੈ। ਸਰੀਰ ਦੀ ਹੱਤਿਆ ਕਰਦੇ ਨੇ ਲੋਕ। ਪਰ ਇਹ ਵੀ ਕੋਈ ਧਰਮ ਦਾ ਕਰਮ ਤਾਂ ਨਹੀਂ। ਪਰਮਾਤਮਾ ਨੇ ਮੰਦਰ ਬਖਸ਼ਿਆ ਹੈ, ਇਸ ਕਾਇਆ ਵਿੱਚ ਸਾਨੂੰ ਨਿਵਾਸ ਦਿੱਤਾ ਹੈ। ਇਸ ਦਾ ਬਣਾਉਣ ਵਾਲਾ ਪ੍ਰਭੂ ਹੈ। ਇਸ ਦਾ ਆਦਰ ਕਰਨਾ ਸਿੱਖੋ। ਇਸੇ ਵਿੱਚ ਰਹਿੰਦਿਆਂ ਇਹਨਾਂ ਹੀ ਇੰਦਰੀਆਂ ਰਾਹੀਂ ਰੱਬੀ ਅਨੁਭਵ ਕਰ ਸਕਦੇ ਹੋ। ਇੱਕ ਦਿਨ ਇਹੀ ਇੰਦਰੇ ਬੇਕਾਰ ਹੋ ਜਾਣਗੇ। ਜੇ ਇਹਨਾਂ ਨੂੰ ਕਿਸੇ ਕਾਰੇ ਨਾ ਲਾਇਆ ਤਾਂ ਇੰਨਾ ਸਮਾਂ ਇਹਨਾਂ ਦਾ ਲਾਭ ਕੀ ਲਿਆ। ਕਬੀਰ ਜੀ ਕਹਿੰਦੇ ਨੇ, ਇਸ ਦੇ ਮੋਹ ਨੂੰ, ਦੇ ਅਧਿਆਸ ਨੂੰ ਕੋਈ ਸਾੜ ਦੇਵੇ। ਸਰੀਰ ਸਾੜਨ ਦਾ ਭਾਵ ਨਹੀਂ ਹੈ। ਇਸ ਮੋਹ ਵਿੱਚ ਅਸੀਂ ਬੈਠੇ ਹੋਏ ਹਾਂ। ਇਸ ਕਾਇਆ ਦੇ ਮੋਹ ਨੂੰ ਕੋਈ ਸਾੜ ਦੇਵੇ, ਐਸਾ ਕੋਈ ਵਿਰਲਾ ਹੈ। ਪਾਂਚੋਂ ਲੜਕੇ ਮਾਰ ਕੇ ਰਹਿ ਰਾਮ ਲਿਓ ਲਾਏ। ਇਹ ਪੰਜੇ ਪੁੱਤਰ ਜਿਹੜੇ ਮਾਇਆ ਦੇ ਸਾਡੇ ਅੰਦਰ ਬੈਠੇ ਹੋਏ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹਨਾਂ ਨੂੰ ਮਾਰ ਕੇ, ਮਿਟਾ ਕੇ ਕੋਈ ਲਿਵ ਪ੍ਰਭੂ ਨਾਲ ਜੋੜ ਲਵੇ। ਇਹਨਾਂ ਹੀ ਇੰਦਰੀਆਂ ਰਾਹੀਂ ਨਿਰੰਕਾਰ ਵੱਲ ਵੀ ਮੁੜਿਆ ਜਾ ਸਕਦਾ ਹੈ। ਇਹਨਾਂ ਹੀ ਇੰਦਰੀਆਂ ਰਾਹੀਂ ਵਿਕਾਰ ਵੱਲ ਵੀ ਮੁੜਿਆ ਜਾ ਸਕਦਾ ਹੈ। ਸਭ ਕੁਝ ਡਿਪੈਂਡ ਕਰਦਾ ਹੈ, ਫਿਰ ਯਾਦ ਰਹੇ, ਸਾਡੀ ਸੁਰਤ ਦੇ ਉੱਪਰ। ਰੂਪ ਉਹੀ ਹੈ। ਕੋਈ ਦੇਖੇ ਤੇ ਰਚਣ ਵਾਲੇ ਤੋਂ ਕੁਰਬਾਨ ਜਾਏ, ਕੋਈ ਦੇਖੇ ਤੇ ਵਾਸਨਾ ਨਾਲ ਭਰ ਜਾਏ। ਸਰੀਰ ਉਹੀ ਹੈ। ਬਲ ਹੈ, ਦੇਣ ਵਾਲੇ ਤੋਂ ਕੁਰਬਾਨ ਜਾਇਆ ਜਾ ਸਕਦਾ ਹੈ। ਉਸ ਤੇ ਗੁਮਾਨ ਵੀ ਕੀਤਾ ਜਾ ਸਕਦਾ ਹੈ। ਭਗਵਾਨ ਨਾਲ ਵੀ ਜੁੜਿਆ ਜਾ ਸਕਦਾ ਹੈ। ਇਹਨਾਂ ਇੰਦਰੀਆਂ ਰਾਹੀਂ, ਅੱਖਾਂ ਰਾਹੀਂ ਵਰਤਦੀ ਕੁਦਰਤ ਦੇ ਅੰਦਰ ਕਾਦਰ ਦੇ ਦ੍ਰਿਸ਼ ਜੋ ਬੜੇ ਗੁਪਤ ਹਨ, ਉਹਨਾਂ ਨੂੰ ਵੀ ਜਾਣਿਆ ਮਾਣਿਆ ਜਾ ਸਕਦਾ ਹੈ। ਕੋਈ ਕੇਵਲ ਪਦਾਰਥ ਦੀ ਉੱਪਰਲੀ ਸਤ੍ਹਾ ਤੇ ਵੀ ਰੁਕ ਸਕਦਾ ਹੈ। ਕੰਨਾਂ ਰਾਹੀਂ ਗਾਲੀਆਂ ਸੁਣਦੇ ਹੋ ਕਿ ਗੀਤ ਸੁਣਦੇ ਹੋ, ਜ਼ੁਬਾਨ ਰਾਹੀਂ ਗੰਦ ਬਕਦੇ ਹੋ ਜਾਂ ਭਗਵਾਨ ਦਾ ਨਾਮ ਲੈਂਦੇ ਹੋ। ਇੰਦਰੀਆਂ ਦਾ ਦੋਸ਼ ਤਾਂ ਕੋਈ ਨਹੀਂ। ਸੁਰਤ ਨੂੰ ਸਾਧਣ ਦੀ ਜ਼ਰੂਰਤ ਸੀ। ਕੋਈ ਇਹਨਾਂ ਵਿਕਾਰਾਂ ਨੂੰ ਮਾਰਦਾ ਹੈ ਤਾਂ ਇਹੀ ਇੰਦਰੇ ਨਿਰੰਕਾਰ ਦੇ ਰਾਹ ਦਾ ਸਾਡਾ ਅਸਵਾਰਾ ਬਣ ਸਕਦੇ ਹਨ ਕਿ ਇਹਨਾਂ ਰਾਹੀਂ ਰੱਬੀ ਯਾਤਰਾ ਕਰ ਸਕੀਏ। ਕਬੀਰ ਜੀ ਕਹਿੰਦੇ ਨੇ, ਐਸਾ ਕੋਈ ਵਿਰਲਾ ਹੀ ਹੈ ਜੋ ਇਹਨਾਂ ਕਾਮ ਆਦਿਕ ਵਿਕਾਰਾਂ ਨੂੰ, ਪੰਜਾਂ ਪੁੱਤਰਾਂ ਨੂੰ, ਮਾਇਆ ਦੇ 5 ਪੁੱਤਰਾਂ ਨੂੰ ਮਾਰ ਕੇ ਪ੍ਰਭੂ ਨਾਲ ਲਿਵ ਲਾਈ ਰੱਖੇ। ਨਹੀਂ ਤੇ ਸੰਸਾਰ ਇਹਨਾਂ 5 ਪਿੱਛੇ ਲੱਗ ਕੇ ਭਟਕ ਰਿਹਾ ਹੈ। ਇਹ ਚੋਰ ਵੀ ਇਹਨਾਂ ਦਰਵਾਜ਼ਿਆਂ ਰਾਹੀਂ ਹੀ ਪ੍ਰਵੇਸ਼ ਕਰ ਜਾਂਦੇ ਨੇ, ਇੰਦਰੀਆਂ ਰਾਹੀਂ, ਕਿਉਂਕਿ ਸੁਰਤ ਦਾ ਪਹਿਰੇਦਾਰ ਅਵੇਸਲਾ ਹੋ ਗਿਆ ਹੈ। ਟਾਵਾਂ ਕੋਈ ਮਨੁੱਖ ਹੈ ਜੋ ਮਾਇਆ ਦੇ ਇਹਨਾਂ 5 ਪੁੱਤਰਾਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨੂੰ ਮਾਰ ਕੇ ਤੇ ਲਿਵ ਪ੍ਰਭੂ ਨਾਲ ਜੋੜੀ ਰੱਖੇ। 84ਵੇਂ ਸ਼ਲੋਕ ਅੰਦਰ ਫਰਮਾਨ ਹੈ, ਕਬੀਰ ਐਸਾ ਕੋ ਨਹੀਂ, ਇਹ ਤਨ ਦੇਵੈ ਫੂਕ, ਅੰਧਾ ਲੋਗ ਨ ਜਾਣਈ, ਰਹਿਓ ਕਬੀਰਾ ਕੂਕ। ਜੇ ਅੱਗ ਨਾਲ ਫੂਕਣ ਦੀ ਹੀ ਗੱਲ ਹੋਵੇ ਤਾਂ ਹਿੰਦੁਸਤਾਨ ਦੇ ਸਮਾਜ ਦੀ ਤਾਂ ਪਰੰਪਰਾ ਸੀ, ਇੱਕ ਨਾ ਇੱਕ ਦਿਨ ਇਹ ਤਨ ਸਾੜਿਆ ਹੀ ਜਾਣਾ। ਹਿੰਦੂ ਸਮਾਜ ਅੰਦਰ ਸਾੜਨ ਦੀ ਪ੍ਰਥਾ ਸੀ, ਦਬਾਉਣ ਦੀ ਨਹੀਂ, ਦਫਨਾਉਣ ਦੀ ਨਹੀਂ। ਪਰ ਇਹ ਅੱਗ ਵਿੱਚ ਸਾੜਨ ਦੀ ਗੱਲ ਨਹੀਂ। ਇਹ ਹੈ ਸਰੀਰ ਦੇ ਮੋਹ ਨੂੰ ਸਾੜ ਦੇਣ ਦੀ ਗੱਲ।
ਜਿਸ ਮੋਹ ਮਾਇਆ ਵਿੱਚ ਅਸੀਂ ਗ੍ਰਸੇ ਹੋਏ ਹਾਂ ਉਸ ਨੂੰ ਸਾੜ ਦੇਣ ਦੀ ਬਾਤ ਹੈ। ਐਸਾ ਕੋਈ ਦਿਖਾਈ ਦਿੰਦਾ ਨਹੀਂ, ਮਤਲਬ ਬਹੁਤ ਘੱਟ ਕੋਈ ਟਾਵਾਂ ਪੁਰਸ਼ ਹੈ ਜਿਹੜਾ ਦੇਹ ਅਧਿਆਸ ਨੂੰ ਸਾੜ ਦੇਵੇ। ਸੱਚਾਈ ਇਹ ਹੈ, ਕਬੀਰ ਜੀ ਕਹਿੰਦੇ ਨੇ, ਮੈਂ ਕੂਕ ਕੂਕ ਕੇ ਰਹਿਓ ਕਬੀਰਾ ਕੂਕ। ਕੂਕਣ ਦਾ ਮਤਲਬ ਹੁੰਦਾ ਹੈ ਜਿੰਨੀ ਉੱਚੀ ਤੋਂ ਉੱਚੀ ਆਵਾਜ਼ ਦੇ ਕੇ ਕਿਸੇ ਨੂੰ ਸਾਵਧਾਨ ਕੀਤਾ ਜਾ ਸਕੇ ਉਹ ਕਰਨਾ। ਕਬੀਰ ਜੀ ਕਹਿੰਦੇ ਨੇ, ਮੈਂ ਤਾਂ ਦੁਹਾਈ ਦੇ ਰਿਹਾ, ਢੰਡੋਰਾ ਪਿੱਟ ਰਿਹਾ, ਕੂਕ ਕੂਕ ਕੇ ਉੱਚੀ ਉੱਚੀ ਬੋਲ ਲੋਕਾਂ ਨੂੰ ਦੱਸ ਰਿਹਾ ਹਾਂ, ਜਾਗੋ। ਸੰਸਾਰ ਦੇ ਮੋਹ ਵਿੱਚ ਇਹ ਦੁਨੀਆ ਇੰਨੀ ਗਰਕ ਹੋਈ ਹੈ ਕਿ ਇਸ ਨੂੰ ਆਪਣਾ ਭਲਾ ਕਰਨ ਦੀ ਵੀ ਗੱਲ ਸੁਝਦੀ ਨਹੀਂ। ਅੰਧਾ ਲੋਗ ਨਾ ਜਾਣੇ ਰਹਿਓ ਕਬੀਰਾ ਕੂਕ। ਲੋਕ ਇੰਨੇ ਅੰਨੇ ਹੋ ਚੁੱਕੇ ਨੇ, ਸੱਚ ਦੇਖਦੇ ਹੀ ਨਹੀਂ। ਨਾ ਅਸੀਂ ਸੱਚ ਸੁਣਦੇ ਹਾਂ, ਨਾ ਅਸੀਂ ਸੱਚ ਦੇਖਦੇ ਹਾਂ, ਨਾ ਸੱਚ ਦੇ ਅਨੁਭਵ ਵਿੱਚੋਂ ਗੁਜ਼ਰਦੇ। ਕਿਸ ਨੂੰ ਦੇਖਣ ਦੀ ਜਾਂਚ ਆਈ? ਸਾਹਮਣੇ ਅਨੇਕਾਂ ਤੁਰ ਗਏ, ਬੜੇ ਬੜੇ ਬਲਵਾਨ ਹੋਏ ਤੁਰ ਗਏ, ਮੌਤ ਦਾ ਇੱਕ ਝਟਕਾ ਨਾ ਸਹਾਰ ਸਕੇ। ਫਿਰ ਵੀ ਅਸੀਂ ਸਰੀਰ ਤੇ ਹੰਕਾਰ ਕਰਨੇ ਆ, ਮੈਂ ਬੜਾ ਬਲਵਾਨ ਹਾਂ। ਵੱਡੇ ਤੋਂ ਵੱਡੇ ਚਤੁਰ ਦਿਮਾਗ ਵਾਲਿਆਂ ਦਾ ਦਿਮਾਗ ਮੌਤ ਨੇ ਪਲ ਵਿੱਚ ਸੁੰਨ ਕਰਕੇ ਰੱਖ ਦਿੱਤਾ। ਫਿਰ ਉਹ ਅਲਬਰਟ ਆਇਨਸਟਾਈਨ ਹੀ ਕਿਉਂ ਨਾ ਹੋਵੇ। ਪਰ ਅਸੀਂ ਆਪਣੀਆਂ ਚਤੁਰਾਈਆਂ ਤੇ ਇੰਨਾ ਮਾਣ ਕਰਦੇ ਹਾਂ ਕਿ ਸੱਚ ਦੇਖਦੇ ਹੀ ਨਹੀਂ, ਅੰਧੇ ਹਾਂ। ਨਾ ਇੱਥੇ ਵਿਦਵਾਨ ਠਹਿਰ ਸਕਿਆ ਮੌਤ ਦੇ ਅੱਗੇ, ਨਾ ਬਲਵਾਨ ਠਹਿਰ ਸਕਿਆ, ਨਾ ਕੋਈ ਧਨਵਾਨ ਹੀ ਰੁਕ ਸਕਿਆ। ਧਨਵਾਨ ਇੱਕ ਕੌਡੀ ਲੈ ਕੇ ਕੋਈ ਨਹੀਂ ਗਿਆ, ਲੇਕਿਨ ਇਸ ਨੂੰ ਕੌਡੀ ਖਰਚਣੀ ਪਵੇ ਧਰਮ ਦੇ ਅਰਥ ਨੇਕੀ ਦੇ ਕੰਮ ਤੇ ਤਾਂ 35 ਵਾਰੀ ਸੰਕੋਚ ਕਰੇਗਾ। ਇਹ ਦੁਨੀਆ ਧਰਮ ਨਾਲ ਭਰਪੂਰ ਹੋ ਜਾਵੇ ਜੇ ਧਨਵਾਨ ਦੀ ਸੁਰਤ ਧਰਮ ਵੱਲ ਧਨ ਖਰਚਣ ਦੀ ਬਣ ਜਾਏ। ਦਿਖਾਵੇ ਲਈ ਬਹੁਤ ਖਰਚ ਕਰਨੇ, ਪਰ ਧਰਮ ਦੇ ਪੱਖ ਤੋਂ ਬੜਾ ਸੰਕੋਚ ਕਰਦੇ ਆ। ਮਨੁੱਖ ਅੰਧਾ ਹੈ, ਇੰਨਾ ਵੀ ਨਹੀਂ ਦੇਖਦਾ ਕਿ ਕਰੋੜਾਂ ਵਿੱਚੋਂ ਕੌਡੀ ਨਾਲ ਨਹੀਂ ਜਾਣੀ। ਜੇ ਕੋਈ 4 ਕੌਡਾਂ ਰੱਬੀ ਰਾਹ ਤੇ ਲੱਗੀਆਂ ਤੇ ਉਹ ਨੇਕ ਕਰਮ ਰੂਹ ਨੂੰ ਸਕੂਨ ਦੇਵੇਗਾ, ਮਦਦਗਾਰ ਬਣੇਗਾ, ਉਧਰ ਵੀ ਨਹੀਂ ਲਾਉਣੀਆਂ। ਵਿਕਾਰਾਂ ਤੇ ਬਥੇਰਾ ਖਰਚਾ ਹੈ। ਸੰਸਾਰ ਅੰਧਾ ਹੈ। ਕਬੀਰ ਜੀ ਕਹਿੰਦੇ ਨੇ, ਮੈਂ ਕੂਕ ਕੂਕ ਕੇ ਜ਼ੋਰ ਲਾ ਕੇ ਆਵਾਜ਼ ਦੇ ਰਿਹਾ ਸੰਸਾਰ ਨੂੰ, ਪਰ ਅੰਧੇ ਲੋਕ ਦੇਖਦੇ ਵੀ ਨਹੀਂ, ਸੁਣਦੇ ਵੀ ਨਹੀਂ, ਜਾਣਦੇ ਹੀ ਨਹੀਂ। ਅੰਧਾ ਲੋਗ ਨਾ ਜਾਣੇ ਰਹਿਓ ਕਬੀਰਾ ਕੂਕ। ਇਹਨਾਂ ਨੂੰ ਆਪਣੇ ਭਲੇ ਦੀ ਗੱਲ ਵੀ ਨਹੀਂ ਸੁਝਦੀ। ਜਿਸ ਨੂੰ ਆਪਣੇ ਭਲੇ ਦੀ, ਆਪਣੀ ਭਲਾਈ ਦੀ ਗੱਲ ਵੀ ਨਾ ਸਮਝ ਵਿੱਚ ਆਏ, ਉਸ ਨੂੰ ਮੂਰਖ ਨਹੀਂ ਆਖੋਗੇ ਤਾਂ ਕੀ ਕਹੋਗੇ। ਪਰ ਕਿਸੇ ਨੂੰ ਆਖਣ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਝਾਤ ਮਾਰਨ ਦੀ ਜ਼ਰੂਰਤ ਹੈ। ਆਪਣੇ ਭਲੇ ਲਈ ਅਸੀਂ ਕੀ ਕੀਤਾ ਹੈ? ਕੋਈ ਉਦਮ ਹੈ ਜਾਂ ਇਸ ਪੱਖ ਤੋਂ ਖਾਲੀ ਬੈਠੇ ਹਾਂ? ਕਬੀਰ ਜੀ ਕਹਿੰਦੇ ਨੇ, ਮੈਂ ਦੇਖਦਾ ਹਾਂ ਸੰਸਾਰ ਸਰੀਰਕ ਮੋਹ ਵਿੱਚ ਅੰਨਾ ਹੋਇਆ ਪਿਆ ਹੈ। ਇਸ ਨੂੰ ਸਹੀ ਰਸਤਾ ਦਿਖਾਈ ਹੀ ਨਹੀਂ ਦਿੰਦਾ, ਆਪਣਾ ਭਲਾ ਵੀ ਨਹੀਂ ਸੁਝਦਾ। ਮੈਂ ਤਾਂ ਬਹੁਤ ਢੰਡੋਰਾ ਦਿੱਤਾ, ਰਹਿਓ ਕਬੀਰਾ ਕੂਕ। 85ਵੇਂ ਸ਼ਲੋਕ ਵਿੱਚ ਕਹਿੰਦੇ ਨੇ, ਕਬੀਰ ਸਤੀ ਪੁਕਾਰੈ ਚਿਹ ਚੜੀ, ਸੁਨ ਹੋ ਵੀਰ ਮਸਾਨ, ਲੋਗ ਸਬਾਇਆ ਚੱਲ ਗਇਓ, ਹਮ ਤੁਮ ਕਾਮ ਨਿਦਾਨ। ਸਤੀ ਹੋਣ ਵਾਲੀ ਔਰਤ ਜੋ ਦਿਲੋਂ ਆਪ ਚਾਹ ਕੇ ਸਤੀ ਹੋਈ, ਹੱਸ ਕੇ ਸਰੀਰ ਉਸਨੇ ਸਾੜ ਦਿੱਤਾ। ਆਮ ਮਨੁੱਖ ਮਸਾਣਾ ਤੋਂ ਡਰਦਾ ਹੈ,
ਸਤੀ ਹੋਣ ਵਾਲੀ ਔਰਤ ਉਸ ਨੂੰ ਮਸਾਣ ਨੂੰ ਹੀ ਵੀਰ ਆਖ ਕੇ ਬੁਲਾਉਂਦੀ ਹੈ। ਭਾਵ ਉਸ ਦੇ ਮਨ ਅੰਦਰ ਹੈ ਸਰੀਰ ਸੜਿਆ ਕਿ ਪਤੀ ਦਾ ਮਿਲਾਪ ਫਿਰ ਹਾਸਲ। ਪਰ ਧਾਰਮਿਕ ਦੁਨੀਆ ਵਿੱਚ ਸਰੀਰ ਨੂੰ ਨਹੀਂ, ਸਰੀਰ ਦੇ ਮੋਹ ਨੂੰ ਸਾੜਨ ਦੀ ਗੱਲ ਹੈ। ਕਬੀਰ ਜੀ ਕਹਿੰਦੇ ਨੇ, ਜੋ ਇਸਤਰੀ ਆਪਣੇ ਪ੍ਰਲੋਕ ਗਏ ਪਤੀ ਨੂੰ ਮਿਲਣ ਦੀ ਤਮੰਨਾ ਲੈ ਕੇ ਤੇ ਉਹਦੇ ਸਰੀਰ ਨਾਲ ਆਪਣੇ ਸਰੀਰ ਨੂੰ ਸਾੜਨ ਲਈ ਤਿਆਰ ਹੋ ਗਈ, ਉਹ ਚਿਖਾ ਤੇ ਚੜ੍ਹ ਕੇ ਦਲੇਰ ਹੈ। ਖੁਦ ਤਿਆਰ ਹੋਈ, ਮਸਾਣ ਨੂੰ ਵੀ ਆਖਦੀ ਹੈ, ਮੇਰੇ ਵੀਰ ਸੁਣ, ਸਭ ਸੰਬੰਧੀ ਮੇਰਾ ਸਾਥ ਛੱਡ ਗਏ ਨੇ, ਮੈਨੂੰ ਮੇਰੇ ਪ੍ਰੀਤਮ ਨਾਲ ਕੋਈ ਨਹੀਂ ਮਿਲਾ ਸਕਿਆ, ਮੈਨੂੰ ਤੇਰੇ ਨਾਲ ਗਰਜ ਪਈ ਹੈ, ਤੇਰੇ ਤੱਕ ਗਰਜ ਹੈ, ਲੋੜ ਹੈ। ਹਮ ਤੁਮ ਕਾਮ ਨਿਦਾਨ, ਨਿਦਾਨ ਮਤਲਬ ਅੰਤ, ਓੜਕ, ਆਖਰ, ਮੈਨੂੰ ਤੇਰੇ ਤੱਕ ਕੰਮ ਪੈ ਗਿਆ ਹੈ। ਕਬੀਰ ਜੀ ਕੋਈ ਸਤੀ ਹੋਣ ਦੀ ਪ੍ਰੇਰਣਾ ਨਹੀਂ ਦੇ ਰਹੇ, ਪਰ ਇਹ ਜ਼ਰੂਰ ਸਮਝਾ ਰਹੇ ਹਨ ਕਿ ਸਰੀਰ ਦੇ ਮੋਹ ਨੂੰ ਸਾੜਿਆਂ ਹੀ ਨਿਰੰਕਾਰ ਦਾ ਮਿਲਾਪ ਬਣਨਾ ਹੈ। ਇਸ ਅਵਸਥਾ ਨੂੰ ਪੁਕਾਰ ਲਓ। ਵਾਹਿਗੁਰੂ ਕਿਰਪਾ ਕਰੇ ਦੇ ਅਧਿਆਸ ਤੋਂ ਉੱਪਰ ਉੱਠ ਨਿਰੰਕਾਰ ਨਾਲ ਜੁੜ ਸਕੀਏ। ਭੁੱਲਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।